शुरू करिए गोगी साहब। हाँ मम्मी मम्मी माइक बंद कर दो। हाँ जी नीचे सर ਅੱਜ ਆਪਾਂ ਕਬੀਰ ਜੀ ਦੇ ਜਿਹੜੇ ਸ਼ਬਦ ਲੈ ਰਹੇ ਸੀਗੇ ਗੌੜੀ ਰਾਗ ਦੇ ਵਿੱਚ ਲੈ ਰਹੇ ਸੀ ਕਬੀਰ ਜੀ ਦੇ ਸ਼ਬਦ, ਔਰ ਆਪਾਂ ਨੇ 13 ਸ਼ਬਦ ਲਏ ਸੀ ਕਬੀਰ ਜੀ ਦੇ। ਤੇ ਜੇ ਕਿਸੇ ਦਿਨ ਕੋਈ ਦਰਸ਼ਨ ਕਰਕੇ ਜਿਹੜਾ ਹੈਗਾ, ਜੇ ਬਾਣੀ ਪੜ੍ਹ ਰਹੇ ਆ ਜਾਂ ਦੇਖ ਰਹੇ ਆ, ਤੇ ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ। ਦੇਖੋ ਦਰਸ਼ਨ ਕਰੋ ਬਈ 14ਵਾਂ ਸ਼ਬਦ ਜਿਹੜਾ ਹੈਗਾ ਉਸ ਦੇ ਉੱਪਰ ਕੀ ਲਿਖਿਆ ਹੋਇਆ ਹੈ। ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਕਹਿੰਦੇ ਕਬੀਰ ਜੀ ਦੀ ਬਾਣੀ ਹੈਗੀ ਆ। ਕਬੀਰ ਜੀ ਦੀ ਬਾਣੀ ਜਿਹੜੀ ਚੱਲ ਰਹੀ ਸੀਗੀ ਉਹਦੇ ਵਿੱਚ ਕਹਿੰਦੇ ਮਹੱਲੇ ਪੰਜਵੇਂ ਨੇ ਜਿਹੜਾ ਹੈਗਾ ਆਪਣਾ ਇੱਕ ਸ਼ਬਦ ਜਿਹੜਾ ਹੈਗਾ ਵਿੱਚ ਰਲਾ ਕੇ ਵਿੱਚ ਐਡ ਕਰ ਦਿੱਤਾ। ਕਬੀਰ ਜੀ ਦੀ ਬਾਣੀ ਜਿਹੜੀ ਹੈਗੀ ਉਹਨੂੰ ਉਸੇ ਤਰੀਕੇ ਨਾਲ ਕਬੀਰ ਜੀ ਦੀ ਬਾਣੀ ਨੂੰ ਮਹਾਰਾਜ ਨੇ ਜਿਹੜਾ ਹੈਗਾ ਦੇਖੋ 13 ਨੰਬਰ ਪਾਇਆ। 14ਵਾਂ ਨੰਬਰ ਸ਼ਬਦ ਜਿਹੜਾ ਹੈਗਾ ਮਹਾਰਾਜ ਨੇ ਆਪਣਾ ਲਗਾਇਆ ਵਿੱਚ। ਇਸ ਤੋਂ ਬਾਅਦ 15ਵਾਂ ਸ਼ਬਦ ਫਿਰ ਕਬੀਰ ਜੀ ਦਾ ਆ ਗਿਆ, ਔਰ ਜਿਹੜਾ ਮਹਾਰਾਜ ਨੇ ਆਪਣਾ ਲਗਾਇਆ ਉਹਦੇ ਉੱਤੇ ਮਹਾਰਾਜ ਨੇ ਲਿਖਿਆ 4 1 14। ਕਹਿੰਦੇ ਉਹ ਆਪਣਾ ਇੱਕ ਸ਼ਬਦ ਹੀ ਹੈ ਉਹਨਾਂ ਦਾ, ਔਰ ਉਹਨਾਂ ਨੇ ਆਪਣਾ ਅਲੱਗ ਉਹਦੇ ਥੱਲੇ ਕਾਊਂਟਿੰਗ ਦੇ ਵਿੱਚ ਨੰਬਰ ਪਾ ਦਿੱਤਾ। ਕਿਉਂਕਿ ਜਿਹੜਾ ਸਬਜੈਕਟ ਕਬੀਰ ਜੀ ਦਾ ਚੱਲ ਰਿਹਾ ਸੀਗਾ ਉਹ ਉਸੇ ਨੂੰ ਐਡ ਕੀਤਾ ਹੈ। ਉਸੇ ਜਨਮ ਜਿਹੜਾ ਕਬੀਰ ਜੀ ਜਿਸ ਤਰ੍ਹਾਂ ਕਹਿ ਰਹੇ ਸੀ ਨਾ ਵੀ ਬਥੇਰੇ ਜਨਮ ਹੋ ਗਏ ਮੈਨੂੰ ਜਿਹੜੇ ਹੈ ਇਹ ਕਰਮ ਕਾਂਡ ਕਰਦੇ ਨੂੰ। ਆਹ ਜਿਹੜੇ ਹੈਗੇ ਕਦੀ ਕੀਟ ਪਤੰਗੇ, ਕਦੀ ਜਿਹੜਾ ਹੈਗਾ ਜਨਮ ਜਿਹੜਾ ਹੈਗਾ ਸਥਾਵਰ ਜੰਗਮ ਕੀਟ ਪਤੰਗਾ, ਔਰ ਜਿਹੜਾ ਹੈਗਾ ਇਹ ਜਨਮ ਮਰਨ ਦੀ ਖੇਡ 'ਚ ਮੈਨੂੰ ਬਹੁਤ ਸਮਾਂ ਗੁਜ਼ਰ ਗਿਆ। ਆ ਜਿਹੜੇ ਕਰਮ ਕਾਂਡ ਜਿਹੜੇ ਹੈਗੇ ਕਦੀ ਜਿਹੜਾ ਹੈਗਾ ਆ ਘਰ ਤੇ ਕਦੀ ਉਹ ਘਰ। ਮੈਂ ਕਹਿੰਦਾ ਆ ਮੇਰਾ ਘਰ ਆ, ਆ ਮੇਰਾ ਸਰੀਰ ਆ। ਕਿਹੜਾ ਸਰੀਰ ਹੈ ਭਾਈ? ਕਿੰਨੇ ਕਰੋੜਾਂ ਸਰੀਰ ਲੈ ਲਏ, ਕਿਹੜਾ ਹੈ ਮੇਰਾ? ਕਹਿੰਦੇ ਲਾਜ ਨਾ ਮਰੋ ਕਹੋ ਘਰ ਮੇਰਾ। ਕਹਿੰਦੇ ਸ਼ਰਮ ਨਹੀਂ ਆਉਂਦੀ ਬਈ ਇਹ ਜਿਹੜਾ ਹੈਗਾ ਝੂਠ ਬੋਲਦਿਆਂ ਨੂੰ ਕਿਹੜੇ ਘਰ ਨੂੰ ਤੂੰ ਕਹਿ ਰਿਹਾ ਆ? ਅੰਤ ਕੀ ਬਾਹਰ ਨਹੀਂ ਕਿਛ ਤੇਰਾ, ਕੁਛ ਵੀ ਨਹੀਂ ਹੈ ਤੇਰਾ। ਤਾਂ ਇਹ ਸਬਜੈਕਟ ਚੱਲ ਰਿਹਾ ਸੀਗਾ। ਤੇ ਹੁਣ ਪੰਜਵੇਂ ਪਾਤਸ਼ਾਹੀ ਜਿਹੜੀ ਹੈਗੀ ਉਹਨਾਂ ਨੇ ਇਸ ਸਬਜੈਕਟ ਦੇ ਉੱਤੇ ਆਹ ਸ਼ਬਦ ਲਗਾਇਆ। ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਐਸੋ ਅਚਰਜ ਦੇਖਿਓ ਕਬੀਰ। ਨਾਮ ਕਬੀਰ ਜੀ ਦਾ ਹੀ ਲੈ ਰਹੇ ਆ, ਵਿੱਚ ਐਡਰੈਸ ਕਬੀਰ ਜੀ ਨੂੰ ਹੀ ਕਰ ਰਹੇ ਆ ਵੀ ਕਬੀਰ ਇਹੋ ਜਿਹਾ ਮੈਂ ਹੈਰਾਨੀ ਵਾਲੀ ਖੇਡ ਦੇਖੀ ਹੈ ਦੁਨੀਆ ਦੇ ਵਿੱਚ। ਐਸੀ ਹੈਰਾਨੀ ਵਰਤ ਰਹੀ ਹੈ ਦੁਨੀਆ ਦੇ ਵਿੱਚ। ਐਸੋ ਅਚਰਜ ਦੇਖਿਓ ਕਬੀਰ। ਕਹਿੰਦੇ ਕਬੀਰ ਇਹੋ ਜਿਹਾ ਆਸ਼ਚਰਜ ਦੇਖਿਆ ਮੈਂ ਤਾਂ। ਦਦ ਕਹਿ ਭੋਲੇ ਬਿਰੋਲੇ ਨੀਰ ਰਹਾਓ। ਕਹਿੰਦੇ ਦੁੱਧ ਦੇ ਭੁਲੇਖੇ ਦੇ ਵਿੱਚ ਜਿਹੜਾ ਹੈ ਨਾ, ਦੁੱਧ ਦੇ ਭੁਲੇਖੇ ਦੇ ਵਿੱਚ ਇਨਸਾਨ ਜਿਹੜੇ ਹੈ ਪਾਣੀ ਨੂੰ ਹੀ ਰਿੜਕੀ ਜਾ ਰਹੇ। ਦੁੱਧ ਦੇ ਭੁਲੇਖੇ ਦੇ ਵਿੱਚ ਵਿਸ਼ੇ ਵਿਕਾਰਾਂ ਦਾ ਜਲ ਜਿਹੜਾ ਹੈਗਾ ਬੜੀ ਸੜੇਹਾਨ ਮਾਰਦੀ ਆ, ਉਹਨੂੰ ਰਿੜਕੀ ਜਾ ਰਿਹਾ, ਰਿੜਕੀ ਜਾ ਰਿਹਾ, ਰਿੜਕੀ ਜਾ ਰਿਹਾ। ਐਸੋ ਅਚਰਜ ਦੇਖਿਓ ਕਬੀਰ। ਦਦ ਕਹਿ ਭੋਲੇ ਬਿਰੋਲੇ ਨੀਰ ਰਹਾਓ। ਇਹ ਸ਼ਬਦ ਪੂਰਾ ਲਵਾਂਗੇ ਆਪਾਂ, ਉਸ ਤੋਂ ਬਾਅਦ ਫਿਰ ਇਹਦੀ ਵਿਆਖਿਆ ਕਰਾਂਗੇ। ਹਰੀ ਅੰਗੂਰੀ ਗਧਾ ਚਰਾਏ। ਕਹਿੰਦੇ ਕੀ ਹੋ ਗਿਆ? ਕਹਿੰਦੇ ਗਧੇ ਵਰਗਾ ਸੁਭਾਅ ਹੋ ਗਿਆ। ਗਧਾ ਕੀ ਕਰਦਾ? ਕਹਿੰਦੇ ਹਰੀ ਹਰੀ ਅੰਗੂਰੀ ਜਿਹੜੀ ਹੈਗੀ ਆ ਦੁਨੀਆ ਦੇ ਨਵੇਂ ਪਦਾਰਥ ਜਿਹੜੇ ਨਵੇਂ ਵਿਸ਼ੇ ਵਿਕਾਰ ਜਿਹੜੇ ਹੈਗੇ ਭੋਗੀ ਜਾ ਰਹੇ ਆ। ਹਰੀ ਅੰਗੂਰੀ ਨਵੇਂ ਹਰੀ ਅੰਗੂਰੀ ਗਧਾ ਚਰਾਏ। ਖੋਤੇ ਵਰਗਾ ਸੁਭਾਅ ਹੈ। ਕਹਿੰਦੇ ਬਸ ਆ ਅੰਗੂਰੀ ਕਹਿੰਦੇ ਆ ਮਾੜੀ ਤਾਜੀ ਵਿਸ਼ੇ ਵਿਕਾਰ ਸਵਾਦ ਨਵੇਂ ਜਿਹੜੇ ਹੈਗੇ ਟੈਕਨੀਕਾਂ ਕੱਢਦੇ ਆ, ਨਵੇਂ ਸਵਾਦ ਲੈਂਦੇ ਆ। ਨਿਤ ਉੱਠ ਹਾਸੈ ਹੀਂਗੈ ਮਰੈ। ਔਰ ਕੀ ਕਰਦੇ ਆ ਲੋਕੀ? ਕਹਿੰਦੇ ਗਧੇ ਵਾਂਗੂ ਨਿਤ ਜਿਹੜੇ ਹੈਗੇ ਉੱਠ ਕੇ ਹੱਸਦੇ ਆ ਔਰ ਹੀਂਗਦੇ ਆ, ਰੇਂਗਦੇ ਆ। ਜਿਵੇਂ ਗਧਾ ਜਿਹੜਾ ਹੈਗਾ ਉੱਚੀ ਟੀਚੂ ਕਰਦਾ ਹੈ, ਕਹਿੰਦੇ ਇਸ ਤਰੀਕੇ ਦੇ ਨਾਲ ਕਰਦੇ ਆ ਔਰ ਫਿਰ ਜਿਹੜੇ ਹੈਗੇ ਫਿਰ ਮਰ ਜਾਂਦੇ ਆ। ਬਸ ਜਨਮ ਲੈਂਦੇ ਆ, ਵਿਸ਼ੇ ਵਿਕਾਰਾਂ ਦੇ ਵਿੱਚ ਪਾਣੀ ਰਿੜਕਦੇ ਆ। ਜੀ ਕਿਹੜੇ ਹੈਗੇ ਜੀ?
ਐਵੇਂ ਨਾ ਕਰਿਆ ਕਰੋ ਜੀ। ਦੇਖੋ, ਹਰੀ ਅੰਗੂਰੀ ਗਦਹਾ ਚਰੈ, ਨਿਤ ਉੱਠ ਹਾਸੈ ਹਿੰਗੇ ਮਰੈ। ਕਹਿੰਦੇ ਨਿਤ ਜਿਹੜਾ ਹੈਗਾ ਇਹੀ ਰੂਟੀਨ ਆ, ਬਸ ਜਨਮ ਲੈ ਲਿਆ, ਬਸ ਹਰ ਵਾਰੀ ਮਨੁੱਖਾ ਜੀਵਨ ਮਿਲਦੀ ਆ, ਇਸ ਤਰੀਕੇ ਦੇ ਨਾਲ ਹੱਸਦੇ ਔਰ ਕਿਲਕਾਰੀਆਂ ਮਾਰਦੇ ਜਿਹੜੇ ਹੈਗੇ, ਫਿਰ ਮਰ ਜਾਂਦਾ ਇਨਸਾਨ, ਵਾਪਸ ਖੋ ਦਿੰਦਾ ਹੈ ਜਨਮ ਜਿਹੜਾ ਹੈਗਾ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਿਉਂ ਹੋ ਰਿਹਾ ਆ? ਕਹਿੰਦੇ ਭਾਈ ਪ੍ਰੋਬਲਮ ਜਿਹੜੀ ਹੈਗੀ, ਪੰਜਵੀਂ ਪਾਤਸ਼ਾਹੀ ਕਹਿ ਰਹੀ ਆ, ਮਾਤਾ ਭੈਂਸਾ ਅਮੂਹਾ ਜਾਏ। ਮਾਤਾ ਜਿਹੜਾ ਹੈਗਾ ਮੱਤਿਆ ਹੋਇਆ ਝੋਟਾ, ਭੈਂਸਾ ਕਹਿੰਦੇ ਝੋਟਾ। ਕਹਿੰਦੇ ਇਨਸਾਨ ਦਾ ਮਨ ਜਿਹੜਾ ਹੈਗਾ ਮੱਤੇ ਹੋਏ ਝੋਟੇ ਵਰਗਾ ਹੈਗਾ। ਦੇਖ ਲਓ, ਕਦੀ ਕਿਸੇ ਨੇ ਝੋਟਾ ਹੱਕਿਆ ਹੋਇਆ ਤੇ ਪਤਾ ਹੈ ਉਹਨੂੰ, ਝੋਟਾ ਜਿਹੜਾ ਹੈਗਾ ਕਿਸੇ ਦੀ ਸੁਣਦਾ ਨਹੀਂ ਹੈ। ਮਾਤਾ ਭੈਂਸਾ ਅਮੂਹਾ ਜਾਏ। ਕਹਿੰਦੇ ਬਸ ਜਿੱਧਰ ਨੂੰ ਉਹਦਾ ਮੂੰਹ ਕਰਦਾ ਉਧਰ ਨੂੰ ਤੁਰਦਾ ਹੈ ਮਨ। ਜਿਹੜੀ ਚੀਜ਼ ਖਾਣੀ ਆ ਉਹਨੇ ਕਹਿਣਾ ਆ ਲੈਣੀ ਆ। ਇੰਨਾ ਸੁਭਾਅ ਮਨ ਦਾ ਚੰਚਲ ਆ। ਉਹਨੇ ਸਭ ਤੋਂ ਨਿਕ੍ਰਸ਼ਟ ਜਿਹੜੀ ਹੈਗੀ, ਕੋਈ ਨਹੀਂ ਦੇਖਣਾ ਵੀ ਮੇਰੀ ਇੱਥੇ ਜਿਹੜੀ ਬੇਇੱਜ਼ਤੀ ਹੋ ਰਹੀ ਆ, ਮੇਰੀ ਇੱਥੇ ਕੀ ਹੋ ਰਿਹਾ, ਦੁਨੀਆ ਕੀ ਕਹੂਗੀ। ਬਸ ਉਹਨੇ ਜਿੱਥੇ ਉਹਦਾ ਮਨ ਆ ਗਿਆ ਉਹਨੇ ਉਹ ਕੰਮ ਕਰ ਦੇਣਾ। ਮਾਤਾ ਭੈਂਸਾ ਅਮੂਹਾ ਜਾਏ, ਕੁੱਦ ਚਰੇ ਰਸਾਤਲ ਪਾਏ। ਕਹਿੰਦੇ ਇੰਨਾ ਟੱਪ ਕੇ ਵਿਸ਼ੇ ਵਿਕਾਰ ਭੋਗਦਾ ਇਨਸਾਨ, ਕੁੱਦ ਕੇ। ਕਹਿੰਦੇ ਕੁੱਦ ਕੇ ਔਰ ਕੀ ਕਰਦਾ ਫਿਰ? ਹੁੰਦਾ ਕੀ ਆ? ਕਹਿੰਦੇ ਜਾ ਕੇ ਨਰਕਾਂ 'ਚ ਪੈ ਜਾਂਦਾ। ਛੋਟੀਆਂ ਕੀੜੇ ਮਕੌੜੇ ਜਿਹੜੇ ਹੈਗੇ, ਸੱਪ ਬਿੱਛੂ, ਸਾਰੇ ਛੋਟੀਆਂ ਜੂਨਾਂ ਦੇ ਵਿੱਚ ਜਾ ਕੇ ਪੈ ਜਾਂਦਾ, ਰਸਾਤਲ ਦੇ ਵਿੱਚ। ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਗੇ ਨਿਤ ਭੇੜ। ਕਹਿੰਦੇ ਕਿਉਂ ਹੋ ਰਿਹਾ? ਪ੍ਰੋਬਲਮ ਕੀ ਹੈਗਾ? ਪ੍ਰੋਬਲਮ ਕੀ ਹੈ ਇਹਦੇ ਵਿੱਚ? ਮੈਨੂੰ ਤਾਂ ਖੇਡ ਪਤਾ ਲੱਗ ਗਈ ਵੀ ਕਿਉਂ ਹੋ ਰਿਹਾ ਆ। ਕਹਿੰਦੇ ਲੇਲੇ ਕੋ ਚੁੰਗੇ ਨਿਤ ਭੇੜ। ਲੇਲਾ ਕਹਿੰਦੇ ਆ ਜਿਹੜਾ ਹੈਗਾ ਭੇੜ ਦਾ ਬੱਚਾ। ਕਹਿੰਦੇ ਭੇੜ ਜਿਹੜੀ ਹੈਗੀ ਉਹ ਬੱਚੇ ਦੇ ਮਗਰ ਲੱਗੀ ਹੋਈ ਆ। ਬੁੱਧੀ ਜਿਹੜੀ ਇਨਸਾਨ ਦੀ, ਭੇੜ ਕਹਿੰਦੇ ਬੁੱਧੀ, ਇਨਸਾਨ ਦੀ ਬੁੱਧੀ ਜਿਹੜੀ ਹੈਗੀ ਆ ਉਹ ਕੀ ਕਰ ਰਹੀ ਆ? ਉਹ ਮਨ ਦੇ ਮਗਰ ਲੱਗੀ ਹੋਈ ਆ। ਬੁੱਧੀ ਦਾ ਵਿਵੇਕ ਹੀ ਨਹੀਂ ਕਰਦਾ ਇਨਸਾਨ, ਬੁੱਧੀ ਨੂੰ ਵਰਤਦਾ ਹੀ ਨਹੀਂ ਹੈ। ਮਹਾਰਾਜ ਪੰਜਵੀਂ ਪਾਤਸ਼ਾਹੀ ਕਹਿ ਰਹੀ ਕਬੀਰ ਜੀ ਨੂੰ ਐਡਰੈਸ ਕਰਕੇ, ਮੈਨੂੰ ਇਹ ਖੇਡ ਪ੍ਰਗਟ ਹੋ ਗਈ। ਪ੍ਰੋਬਲਮ ਇਹ ਹੈਗੀ ਇਨਸਾਨ ਆਪਣੀ ਬੁੱਧੀ ਨੂੰ ਯੂਜ਼ ਹੀ ਨਹੀਂ ਕਰਦਾ। ਬੁੱਧੀ ਜਿਹੜੀ ਹੈਗੀ ਆ ਉਹ ਮਨ ਦੇ ਪਿੱਛੇ ਲੱਗੀ ਹੋਈ ਆ। ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰੇ ਸੋਝੀ ਪਾਈ। ਕਹਿੰਦੇ ਭਾਈ ਮੈਨੂੰ ਤਾਂ ਰਾਮ ਦੇ ਵਿੱਚ ਰਮਣ ਦੇ ਨਾਲ, ਧਿਆਨ ਸਿਮਰਨ ਕਰਨ ਦੇ ਨਾਲ ਇਸ ਖੇਡ ਚੋਂ ਬਾਹਰ ਵੀ ਹੋ ਜਾਂਦੇ ਆ। ਕਹਿੰਦੇ ਜਿਹੜੇ ਧਿਆਨ ਸਿਮਰਨ ਕਰਦੇ ਆ, ਜਿਹੜੇ ਰਾਮ ਦੇ ਵਿੱਚ ਰਮਦੇ ਆ, ਉਹਨਾਂ ਦੀ ਮੱਤ ਜਿਹੜੀ ਹੈਗੀ ਪ੍ਰਗਟ ਹੋ ਜਾਂਦੀ ਆ। ਉਹ ਵਿਵੇਕ ਬੁੱਧੀ ਤੋਂ ਕੰਮ ਲੈਂਦੇ ਆ। ਕਹੋ ਕਬੀਰ ਗੁਰੇ ਸੋਝੀ ਪਾਈ। ਮੇਰੇ ਗੁਰੂ ਨੇ ਮੈਨੂੰ ਸੋਝੀ ਦੇ ਦਿੱਤੀ, ਮੈਨੂੰ ਗਿਆਨ ਦੇ ਦਿੱਤਾ। ਮੈਨੂੰ ਜਿਹੜਾ ਹੈਗਾ ਮੈਂ ਬੁੱਧੀ ਤੋਂ ਕੰਮ ਲੈਣਾ ਆ। ਜੀ ਪੰਜਵੀਂ ਪਾਤਸ਼ਾਹੀ ਦਾ ਸ਼ਬਦ ਸੀਗਾ। ਹੁਣ ਆਪਾਂ ਇਹਦੀ ਵਿਚਾਰ ਜਿਹੜੇ ਕਰਦੇ ਆ। ਅੰਗ ਕਿੰਨਾ ਹੈ ਜੀ? ਅੰਗ ਜਿਹੜੀ 326। ਐਸੋ ਅਚਰਜ ਦੇਖਿਓ ਕਬੀਰ, ਲਿਖਿਆ ਉੱਪਰ ਜੀ ਗੌੜੀ ਕਬੀਰ ਜੀ ਕੀ ਨਾਲ ਰਲਾਏ, ਲਿਖਿਆ ਮਹੱਲਾ ਪੰਜਵਾਂ। ਐਸੋ ਅਚਰਜ ਦੇਖਿਓ ਕਬੀਰ, ਦਦ ਕੇ ਭੋਲੇ ਬਿਰੋਲੇ ਨੀਰ ਰਹਾਓ। ਕਹਿੰਦੇ ਹੈ ਕਬੀਰ ਐਸਾ ਦੁਨੀਆ ਦਾ ਸੁਭਾਅ, ਐਸਾ ਦੁਨੀਆ ਦੇ ਵਿੱਚ ਮੈਂ ਦੇਖਿਆ ਕਿ ਦੁਨੀਆ ਦੇ ਲੋਕ ਜਿਹੜੇ ਹੈਗੇ ਇਹ ਦੁੱਧ ਦੇ ਭੁਲੇਖੇ ਦੇ ਵਿੱਚ ਜਿਹੜਾ ਹੈਗਾ ਇਹ ਪਾਣੀ ਵਿਸ਼ੇ ਵਿਕਾਰਾਂ ਦਾ ਜਲ ਜਿਹੜਾ ਇਸੇ ਨੂੰ ਰਿੜਕੀ ਜਾ ਰਿਹਾ। ਹਾਂਜੀ ਗੁਰਕੀ ਸਾਹਿਬ। ਠੀਕ ਹੈ ਨਿਜਰ ਸਾਹਿਬ, ਬਹੁਤ ਸੋਹਣੀ ਅੱਜ ਦੀ ਬਾਣੀ ਹੈ ਤੇ ਸਾਧ ਸੰਗਤ ਜੀ ਫਾਇਦਾ ਪੂਰਾ ਉਠਾਉਣਾ ਹੈ, ਖਾਲੀ ਨਹੀਂ ਰਹਿ ਜਾਣਾ, ਕੋਈ ਬੇਵਕੂਫੀ ਨਹੀਂ ਕਰਨੀ, ਕਿਉਂਕਿ ਬੇਵਕੂਫੀ ਵਾਸਤੇ ਜਿਹੜਾ ਟਾਈਮ ਨਹੀਂ ਹੈਗਾ। ਹੁਣ ਤੇ ਜਿੱਦਾਂ ਕਿਸੇ ਨੇ ਸਾਡੇ ਘਰ ਸੱਜਣ ਆਇਆ, ਉਹ ਕਹਿੰਦਾ ਚਰਨਜੀਤ
ਤੇਰੀ ਖੇਲ ਹੈਗੀ ਆ, ਮੈਂ ਵਿਹਲਾ ਪਿਆ ਕਾਫੀ ਟਾਈਮ ਤੋਂ, ਤੂੰ ਪਰੇਸ਼ਾਨ ਆ, ਪਰ ਤੇਰੀ ਕਿਆਰੀ ਚ ਉਗਦਾ ਕੁਛ ਨਹੀਂ ਪਿਆ ਤੇ ਆਹ 2 ਕੁ ਬੂਟੇ ਹੈਗੇ ਲਾ ਲਾ ਤੇ ਤੇਰਾ ਭਲਾ ਹੋ ਜੂਗਾ। ਤੇ ਮੈਂ ਕਹਿੰਦਾ ਨਹੀਂ, ਉੱਥੇ ਮੇਰੀ ਕਿਆਰੀ ਬੜੀ ਵਧੀਆ ਔਰ ਉੱਥੇ ਮੈਂ ਬੀਜ ਬੀਜੇ ਆ, ਉੱਥੇ ਉੱਗ ਜਾਣਗੇ, ਉਹ ਮੈਂ ਪਾਣੀ ਪਾਉਣ ਦਿਆਂ। ਪਰ ਕਹਿੰਦਾ ਕਿ ਉਹ ਬੀਜ ਕਿੰਨੇ ਸਾਲ ਹੋ ਗਏ, ਬਹੁਤ ਪੁਰਾਣੇ ਨੇ, ਹੁਣ ਤੇ ਮਨਿਆਦ ਖਤਮ ਹੋ ਗਈ, ਜੇ ਉਹਨਾਂ ਉੱਗਣਾ ਹੁੰਦਾ ਤੇ ਉੱਗ ਜਾਣੀ ਸੀ, ਪਰ ਬੰਦਾ ਏਦਾਂ ਕਰਦਾ ਹੀ ਹੈ ਨਿੱਜਰ ਸਾਹਿਬ। ਉਹ ਸੜਿਆ ਬੀਜਾਂ ਦੇ ਲਾਗੇ ਬੈਠਾ ਰਹਿੰਦਾ। ਬਿਲਕੁਲ ਬੜੀ ਤਕੜੀ ਇਸ ਲਈ ਤੇ ਕਹਿੰਦੇ ਨੇ ਕਿ ਕਰੋੜਾਂ ਦੇ ਵਿੱਚ ਕੁਝ ਐਸੇ ਲੋਕ ਹੁੰਦੇ ਨੇ ਜਿਹੜੇ ਇੰਨੀ ਹਿੰਮਤ ਕਰਕੇ ਔਰ ਉਹ ਜੰਪ ਕਰਦੇ ਨੇ ਤੇ ਆਪਣੇ ਪੈਰਾਂ ਤੇ ਖਲੋਣ ਦੀ ਹਿੰਮਤ ਕਰਦੇ ਨੇ, ਕਿਉਂਕਿ ਸ਼ੁਰੂ ਤੋਂ ਹੀ ਇੱਕ ਗੱਲ ਸਿਖਾਈ ਗਈ ਆ ਕਿ ਤੁਸੀਂ ਚੱਲ ਨਹੀਂ ਸਕਦੇ, ਤੁਹਾਡੀਆਂ ਲੱਤਾਂ 'ਚ ਦਮ ਨਹੀਂ ਹੈਗਾ, ਅਸੀਂ ਵਿਸਾਖੀਆਂ ਦੇਵਾਂਗੇ ਤੁਹਾਨੂੰ, ਤੁਸੀਂ ਤਾਂ ਹੀ ਤੁਰੋਗੇ। ਤੇ ਬਾਣੀ ਤੇ ਇਹ ਕਹਿੰਦੀ ਹੈ ਕਿ ਤੈਨੂੰ ਵਿਸਾਖੀਆਂ ਦੀ ਲੋੜ ਹੀ ਨਹੀਂ ਹੈਗੀ, ਤੂੰ ਖੁਦ ਕਰ ਕੋਸ਼ਿਸ਼, ਤੇ ਉਸ ਤੋਂ ਬਾਅਦ ਵੇਖ ਲਈ, ਫਿਰ ਤੂੰ ਫੈਸਲਾ ਕਰ ਲਈ ਚੱਲ ਕੇ 2-4 ਮਹੀਨੇ 5 ਮਹੀਨੇ 6 ਮਹੀਨੇ ਚੱਲ ਕੇ ਵੇਖ ਲੈ ਕੱਲਾ। ਬਿਲਕੁਲ। ਤੇ ਜੇ ਨਹੀਂ ਤੇਰੀਆਂ ਲੱਤਾਂ ਕੰਮ ਕਰਦੀਆਂ ਫਿਰ ਕਿਹਦੀਆਂ ਵਿਸਾਖੀਆਂ ਲੈ ਆਵੀਂ, ਪਰ ਇਹ ਵਿਸਾਖੀਆਂ ਤੇ ਤੇਰੇ ਦਿਮਾਗ 'ਚ ਪਾ ਦਿੱਤੀਆਂ ਗਈਆਂ ਨੇ। ਤੋ ਇਹੀ ਬਾਣੀ ਸਾਨੂੰ ਕਹਿ ਰਹੀ ਨੇ। ਕਬੀਰ ਜੀ ਦੀ ਖਾਸ ਕਰਕੇ ਸਾਧ ਸੰਗਤ ਦੀ ਬਾਣੀ ਇੰਨੀ ਸਖਤ ਉਚਾਰਨ ਕਰਦੇ ਨੇ, ਉਹ ਕੇਵਲ ਸਾਡੇ ਹਉਮੈ ਨੂੰ, ਸਾਡੇ ਅਗਿਆਨ ਨੂੰ, ਸਾਡੇ ਭਰਮ ਨੂੰ, ਕਿਉਂਕਿ ਧਰਮ ਦੇ ਵਿੱਚ ਵੀ ਆਪਾਂ ਸੁਖ ਹਉਮੈ ਲੈ ਆਉਂਦੇ ਹਾਂ, ਤੇ ਇਸ ਕਰਕੇ ਕਬੀਰ ਜੀ ਸਾਨੂੰ ਸਮਝਾਉਣਾ ਚਾਹੁੰਦੇ ਨੇ। ਸੋ ਅੱਜ ਦੀ ਬਾਣੀ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ 2 ਮਿੰਟ ਡਿਸਕਸ ਕਰਦੇ ਹਾਂ। ਇੱਥੇ ਨਾ 2 ਚੀਜ਼ਾਂ ਹੁੰਦੀਆਂ ਨੇ, ਆਪ ਜਸਟ ਨੋਟਿਸ ਕਰਿਓ। ਜੇਕਰ ਕੋਈ ਬੰਦਾ ਚਾਹੁੰਦਾ ਹੈ ਕਿ ਮੇਰੇ ਅੰਦਰ ਚੰਗੇ ਗੁਣ ਪ੍ਰਗਟ ਹੋ ਜਾਣ, ਹਰ ਇੱਕ ਦੇ ਅੰਦਰ ਚੰਗੇ ਗੁਣ ਹੁੰਦੇ ਆ, ਪਰ ਪ੍ਰੋਬਲਮ ਇਹ ਹੁੰਦੀ ਹੈ ਸਾਡੇ ਜਿਹੜੇ ਔਗਣੇ ਆ ਉਹ ਪ੍ਰਗਟ ਹੋਏ ਹੁੰਦੇ ਆ। ਚੰਗੇ ਗੁਣ ਜਿਹੜੇ ਨਾ 90 ਹੁੰਦੇ ਆ। ਜਿੱਦਾਂ ਮਤਲਬ ਕਿਆਰੀ ਨਹੀਂ ਹੁੰਦੀ, ਕਿਆਰੀ 'ਚ ਵੇਖੋ ਤੁਸੀਂ 2-4 ਮਹੀਨੇ ਨਹੀਂ ਕੰਮ ਕੀਤਾ ਤੇ ਨਿੱਜਰ ਸਾਹਿਬ ਘਾਹ ਕਿੱਦਾਂ ਜੰਗਲੀ ਉੱਗਦਾ। ਬਿਲਕੁਲ ਉੱਗ ਜਾਂਦਾ ਹੈ, ਪਤਾ ਨਹੀਂ ਕਿੱਧਰੋਂ ਆ ਜਾਂਦੇ ਵੀ। ਹਾਂ, ਕਿੱਥੋਂ ਆ ਜਾਂਦੇ, ਇਹ ਜਸਟ ਨੋਟਿਸ ਕਰਿਓ। ਤੁਸੀਂ 2-4 ਮਹੀਨੇ ਸੰਗਤ ਨਹੀਂ ਨਾ ਕੀਤੀ ਤੇ ਫਿਰ ਗੰਦ ਉੱਗ ਜਾਣਾ। ਲਿੱਦਣ, ਉਹਨੂੰ ਲਿੱਦਣ ਕਹਿੰਦੇ ਆ। ਤੇ ਕਿਸਾਨ ਨੂੰ ਪਤਾ ਹੁੰਦਾ, ਪਰ ਕਿਸਾਨ ਕੀ ਕਰਦਾ ਕਿ ਉਹਨੂੰ ਪਤਾ ਹੁੰਦਾ। ਨਿੱਜਰ ਸਾਹਿਬ ਜਦੋਂ ਮੈਂ ਵੀ ਝੋਨੇ ਦਾ ਕੰਮ ਕਰਦਾ ਸੀ ਨਾ, ਤੇ ਲਿੱਦਣ ਦੀ ਹਾਈਟ ਨਾ ਝੋਨੇ ਤੋਂ ਥੋੜੀ ਜ਼ਿਆਦਾ ਹੁੰਦੀ ਹੈ, ਉਹਦਾ ਰੰਗ ਵੀ ਫਰਕ ਹੁੰਦਾ, ਪਰ ਕਿਸਾਨ ਕੱਢ ਲੈਂਦਾ, ਪਰ ਆਪਾਂ ਨਹੀਂ ਕੱਢ ਪਾਉਂਦੇ। ਆਪਣੀ ਬੁੱਧੀ 'ਚ ਲਿੱਦਣ ਉੱਗ ਜਾਂਦਾ ਬੁੱਧੀ। ਸੋ ਆਪਾਂ ਥੋੜਾ ਜਿਹਾ ਡਿਸਕਸ ਕਰਨਾ ਹੈ। ਅੱਜ ਇੱਕ ਕੁੜੀ ਨੇ ਸਵਾਲ ਕੀਤਾ ਸੀ, ਕਹਿੰਦੀ ਵੀਰ ਜੀ ਇੱਕ ਪੋਸਟ ਪਾਈ ਹੋਈ ਹੈ, ਕੁਛ ਨੇ ਕੁਛ ਦੀ ਪੋਸਟ ਪਾਈ ਹੋਈ ਆ, ਉਹ ਕਹਿੰਦੇ ਕਿ ਪਰਮਾਤਮਾ ਨੂੰ ਭਾਵੇਂ ਤੁਸੀਂ ਛੱਡ ਵੀ ਦਓ, ਤੁਹਾਡੇ ਅੰਦਰ ਪਿਆਰ ਚਾਹੀਦਾ। ਤੇ ਮੈਂ ਉਸ ਕੁੜੀ ਨੂੰ ਇੱਕ ਜਵਾਬ ਦਿੱਤਾ ਸੀ, ਮੈਂ ਦੇਖ ਕੁੜੀਆ, ਪਿਆਰ ਜਿਹੜਾ ਨਾ, ਪਿਆਰ ਜਿਹੜਾ ਸਾਡਾ ਪਿਆਰ ਬਹੁਤ ਘਟੀਆ ਕਿਸਮ ਦਾ ਪਿਆਰ ਆ। ਵਧੀਆ ਪਿਆਰ ਥੋੜੀ ਕਰਦੇ ਕਿਸੇ ਨੂੰ, ਸਾਡਾ ਮਤਲਬ ਹੁੰਦਾ ਉਹਦੇ ਮਗਰ। ਜਦੋਂ ਨਿੱਜਰ ਸਾਹਿਬ ਨੇ ਮੇਰਾ 2-4 ਵਾਰੀ ਮੈਂ ਕੰਮ ਮੰਗਿਆ, ਨਹੀਂ ਕੀਤਾ ਤੇ ਮੇਰਾ ਪਿਆਰ ਗਿਆ। ਨਿੱਜਰ ਸਾਹਿਬ ਨਹੀਂ ਕੌਣ, ਉਹ ਜਿਹੜਾ ਪਿਆਰ ਆ, ਉਹ ਪਿਆਰ ਬੜਾ ਅਜੀਬ ਕਿਸਮ ਦਾ ਪਿਆਰ ਹੁੰਦਾ ਹੈ। ਉਹ ਪਿਆਰ ਉਹਨਾਂ ਚਿਰ ਤੱਕ ਨਹੀਂ ਮਿਲਣਾ ਜਿੰਨਾ ਚਿਰ ਤੱਕ ਸਾਡੇ ਜੀਵਨ 'ਚ ਧਰਮ ਦੇ ਨਾਲ ਸੰਬੰਧ ਨਹੀਂ ਜੁੜਦਾ। ਤੇ ਧਰਮ ਨਿੱਜਰ ਸਾਹਿਬ ਬਿਨਾਂ ਭਗਤੀ ਤੋਂ ਪਰਮਾਤਮਾ ਦੀ ਕੀਤਿਆਂ ਸਾਡੇ ਜੀਵਨ 'ਚ ਨਹੀਂ ਆ ਸਕਦਾ। ਇਹ ਗੱਲਾਂ ਬੜੀਆਂ ਕਲੀਅਰ ਨਹੀਂ ਹੈਗੀਆਂ। ਜੇ ਸਾਡੇ ਜੀਵਨ 'ਚ ਗੁਣ ਪ੍ਰਗਟ ਨਹੀਂ ਹੋ ਰਹੇ, ਔਗਣ ਜ਼ਿਆਦਾ ਹੈ। ਔਗਣ ਕਿਹੜੇ 50 ਔਗਣ ਨੇ, 5-7 ਤੇ ਔਗਣ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਰਾਗ ਤੇ ਦਵੈਸ਼। ਜੇ ਇਹ ਜ਼ਿਆਦਾ ਨੇ ਤੇ ਆਪਾਂ ਭਗਤੀ ਵੀ ਕਰ ਰਹੇ ਹਾਂ, ਉੱਥੇ ਕੁਛ ਗੜਬੜ ਜ਼ਰੂਰ ਹੈ। ਆਪ ਇਸ ਚੀਜ਼ ਨੂੰ ਬਿਲਕੁਲ ਧਿਆਨ ਦੇ ਨਾਲ ਵਿਚਾਰਨਾ ਹੈ ਔਰ ਅੱਜ ਕੋਸ਼ਿਸ਼ ਕਰੋ ਉਹਨਾਂ ਚੀਜ਼ਾਂ ਨੂੰ ਵੇਖਣ ਦੀ। ਇੱਕ ਸਾਧ ਸੰਗਤ ਜੀ, ਜ਼ਿੰਦਗੀ 'ਚ ਨਾ ਸਭ ਤੋਂ ਵੱਡੀ ਚੀਜ਼ ਪਤਾ ਕਿਹੜੀ ਜੇ? ਪਰਮਾਤਮਾ ਨੇ ਸਾਨੂੰ ਸਾਡੇ ਤੋਂ ਚਾਹੁੰਦਾ ਵਾ ਪਰਮਾਤਮਾ, ਉਹਨੂੰ ਕਹਿੰਦੇ ਆ ਦੂਜੇ ਨੂੰ ਮਾਫ਼ ਕਰ ਦੇਣਾ। ਇਹ ਡਿਮਾਂਡ ਜੋ ਪਰਮਾਤਮਾ ਦੀ ਨਿੱਜਰ ਸਾਹਿਬ, ਇਹ ਬੜਾ ਵੱਡੀ ਗੱਲ ਹੈ ਜੋ, ਤੇ ਇਹ ਧਰਮ ਦੀ ਪਹਿਲੀ ਰਿਕੁਆਇਰਮੈਂਟ ਹੈ। ਤੁਸੀਂ ਕੇਵਲ ਇੱਕ ਮੇਰਾ ਕਹਿਣ ਤੇ ਮੈਂ ਦੇਖੋ, ਮੈਂ ਮੇਰਾ ਮਾਮਾ ਵੀ ਸੁਣਦਾ ਵਾ, ਚਲੋ ਮਾਮੇ ਨੇ 10 ਮਿੰਟਾਂ ਬਾਅਦ ਘਰੇ ਪਹੁੰਚ ਜਾਣਾ, ਮੰਮੀ ਮੇਰੀ ਕਥਾ ਸੁਣਦੀ ਸੀ। ਜ਼ਿੰਦਗੀ ਦੇ ਵਿੱਚ ਜੋ ਮੈਂ ਬੋਲਦਾ ਹਾਂ, ਮੈਂ ਆਪ ਜੀ ਨਾਲ ਸਾਂਝਾ ਕਰਦਾ ਹਾਂ,
ਕੇਵਲ ਉਹੀ ਚੀਜ਼ਾਂ ਕਰਦਾ ਹਾਂ ਜਿਹੜਾ ਮੇਰਾ ਆਪਣਾ ਅਨੁਭਵ ਹੈ। ਜਿਹੜਾ ਮੇਰਾ ਆਪਣਾ ਅਨੁਭਵ ਨਹੀਂ ਹੈ ਮੈਂ ਨਹੀਂ ਸਾਂਝਾ ਕਰ ਸਕਦਾ, ਕਿਉਂਕਿ ਦਮ ਨਹੀਂ ਹੁੰਦਾ। ਮੈਂ ਗੱਲ ਕਰੂੰਗਾ ਤੇ ਉਨੀ ਕੌਨਫੀਡੈਂਸ ਨਹੀਂ ਮੈਂ ਗੱਲ ਕਰ ਸਕਦਾ। ਜਿਹੜੀ ਮਾਫ ਕਰਨ ਵਾਲੀ ਇੱਕ ਥੋੜੀ ਜਿਹੀ ਮੇਰੇ ਚ ਮੰਨ ਲਓ ਕਿ ਹੈ, ਥੋੜੀ ਹੈ ਉਹ ਚੀਜ਼, ਉਹ ਮੇਰੇ ਚ ਹੈ। ਇੱਕ ਛੋਟਾ ਜਿਹਾ ਗੁਣ ਤੁਸੀਂ ਗ੍ਰਹਿਣ ਕਰਨਾ ਹੈ। ਇਸ ਛੋਟੇ ਜਿਹੇ ਗੁਣ ਨਹੀਂ, ਜਿੰਨੀ ਵੀ ਤੁਹਾਡੇ ਅੰਦਰ ਔਗਣ ਹੈ, ਨਿੱਜਰ ਸਾਹਿਬ ਸਾਰਿਆਂ ਨੂੰ ਸ਼ਾਂਤ ਕਰਦਾ ਹੈ। ਔਖਾ, ਪਰ ਇਹ ਏਦਾਂ ਪੈਦਾ ਨਹੀਂ ਹੋਣਾ, ਇਹ ਭਗਤੀ ਨਾਲ ਜ਼ਰੂਰ ਪੈਦਾ ਹੋਊਗਾ ਜੇਕਰ ਆਪ ਸਹੀ ਤਰੀਕੇ ਨਾਲ ਸਾਧਨਾ ਕਰਦੇ ਹੋ। ਸਭ ਤੋਂ ਪਹਿਲਾਂ ਤੁਹਾਡੇ ਅੰਦਰ ਜਿਹੜਾ ਗੁਣ ਪੈਦਾ ਹੋਣਾ ਹੈ, ਖਿਮਾ ਕਰ ਦੇਣਾ, ਮਾਫ ਕਰ ਦੇਣਾ। ਇਹ ਗੁਣ ਪਰਮਾਤਮਾ ਦਾ ਜੀ ਜੀ ਸਾਹਿਬ। ਹਾਂਜੀ ਹਾਂਜੀ। ਇਹਦੇ ਵਿੱਚ ਖਿਮਾ ਕਰ ਦੇਣਾ ਮਤਲਬ ਇਹ ਹੁੰਦਾ ਕਿ ਦੂਜੇ ਦੇ ਗੁਣ ਹੈਗੇ ਆ, ਉਹਦੇ ਚ ਔਗਣ ਵੀ ਹੈਗੇ, ਪਰ ਜਦੋਂ ਆਪਾਂ ਇਕੱਲੇ ਉਹਦੇ ਔਗਣ ਵੇਖਦੇ ਆ, ਉਹਦੇ ਗੁਣਾਂ ਦੀ ਆਪਾਂ ਭੰਡੀ ਹੋ ਜਾਂਦੀ ਆ। ਕਹਿਣ ਤੋਂ ਭਾਵ ਕੋਈ ਵੀ ਬੰਦਾ ਹੁੰਦਾ ਨਾ, ਉਹਦੇ ਚ ਪਰਮਾਤਮਾ ਨੇ 2 4 5 ਗੁਣ ਪਾਏ ਹੁੰਦੇ। ਜੇਕਰ ਆਪਾਂ ਉਸ ਬੰਦੇ ਦੇ ਕੇਵਲ ਔਗਣ ਹੀ ਵੇਖਦੇ ਆ, ਉਹਦੇ ਨਾਲ ਕੀ ਹੋਊਗਾ ਕਿ ਉਸ ਬੰਦੇ ਦੇ ਨਾਲ ਰਹਿਣਾ ਤੁਹਾਡਾ ਬਹੁਤ ਔਖਾ ਹੋ ਜਾਊਗਾ ਨਿੱਜਰ ਸਾਹਿਬ। ਹੁਣ ਕਈ ਵਾਰੀ ਵੇਖੋ ਤੁਹਾਡਾ ਜੀਵਨ ਸਾਥੀ ਆ, ਕੀ ਕਰੋਗੇ? ਮਜ਼ਾਕ ਹੈ ਕੋਈ ਵਿਆਹ ਕਰ ਲੈਣਾ, ਨਿੱਕੇ ਨਿੱਕੇ ਬੱਚੇ ਨੇ, ਕੋਈ 4 ਸਾਲ ਦਾ, ਕੋਈ 10 ਸਾਲ ਦਾ, ਕੋਈ 15 ਸਾਲ ਦਾ, ਪਰ ਕੀ ਗਰੰਟੀ ਅਗਲੇ ਬੰਨੇ ਜਿਹੜਾ ਬੰਦਾ ਮਿਲੂਗਾ ਬੜਾ ਵਧੀਆ ਮਿਲ ਜੂ। ਉਹਦੇ ਦੂਰ ਦੇ ਢੋਲ ਹੀ ਬੜੇ ਚੰਗੇ ਲੱਗਦੇ ਆ, ਜਦੋਂ ਲਾਗੇ ਆਉਣ ਨਾ ਕੰਨ ਖਾਂਦੇ ਉਹ ਪੂਰੇ। ਉਹ ਬੰਦਾ ਜਾਂ ਜਨਾਨੀ ਬੜੀ ਸੋਹਣੀ ਲੱਗਦੀ ਹੈ ਸਾਨੂੰ, ਕਿਉਂਕਿ ਦੂਰ ਹੈ। ਉਹ 2 2.5 ਘੰਟੇ ਦਾ ਸੰਬੰਧ ਮਿਲੇ, ਗੱਪਾਂ ਗੁੱਪਾਂ ਮਾਰੀਆਂ, ਉਹਦੇ ਵਿੱਚ ਚੰਗੀਆਂ ਗੱਲਾਂ ਕੀਤੀਆਂ, ਪਰ ਜਦੋਂ ਲੀਗਲੀ ਆਪਾਂ ਉਹਦੇ ਨਾਲ ਰਵਾਂਗੇ, ਅਸਲੀ ਉਸ ਬੰਦੇ ਦੇ ਬਾਰੇ ਉਦੋਂ ਪਤਾ ਲੱਗਦਾ ਸੱਚੀ ਬੰਦਾ ਇਹ। ਹਾਂਜੀ ਬਿਲਕੁਲ ਸਹੀ ਹੈ ਜੀ। ਹਾਂ, ਅਸਲੀ ਕਹਿੰਦਾ ਕਿ ਨਵੇਂ ਰਿਸ਼ਤੇਦਾਰਾਂ ਦੇ ਨਾ ਰੰਗ ਕਿਹੜੇ ਨੇ, ਉਹ ਕੁਝ ਸਮੇਂ ਬਾਅਦ ਹੀ ਪਤਾ ਲੱਗਦਾ। ਜਦੋਂ ਵਰਤੋਗੇ ਇਹਦੇ ਨਾਲ, ਨਵਾਂ ਰਿਸ਼ਤੇਦਾਰ ਨਾ ਬੜੇ ਚਮਕ ਲੱਗਦੀ ਆ। ਜੇ ਤੁਸੀਂ ਥੋੜਾ ਜਿਹਾ ਵਰਤੇ ਨਾ ਉਹਦੇ ਨਾਲ 2 4 ਮਹੀਨੇ, ਸਾਲ 2 ਸਾਲ, ਫਿਰ ਉਹਦਾ ਅਸਲੀ ਰੰਗ ਸਾਹਮਣੇ ਪ੍ਰਗਟ ਹੁੰਦਾ। ਅਸਲ ਚ ਉਹ ਬੰਦਾ ਕਿੱਦਾਂ ਦੇ ਕਿਰਦਾਰ ਨੇ। ਇਹ ਨਹੀਂ ਕਿ ਮੈਂ ਮਾੜਾ ਕਹਿੰਦੇ ਆ, ਪਰ ਉਹ ਇੱਕ ਐਸੀ ਚੀਜ਼ ਆ, ਸਲੋ ਪ੍ਰੋਸੈਸ ਆ, ਇੱਕਦਮ ਨਹੀਂ ਪਤਾ ਲੱਗਦਾ। ਔਰ ਅਕਸਰ ਮੈਂ ਕਹਾਂਗਾ ਕਿ ਰਿਸ਼ਤੇ ਕੋਈ ਵੀ ਜਿਹੜੇ ਸਾਡੇ ਕੋਲ ਆਲਰੇਡੀ ਮੌਜੂਦ ਰਿਸ਼ਤਾ ਹੈ ਨਾ, ਜਿਹੜੇ ਮੌਜੂਦ ਨੇ ਇਸ ਦਿਨ, ਜਿਹੜੇ ਸਾਡੇ ਜੀਵਨ ਦੇ ਕੁਝ ਕਿੰਨੇ ਕੁ ਰਿਸ਼ਤੇ ਨੇ, 4 5 ਰਿਸ਼ਤੇ ਹੈਗੇ ਨੇ। ਤੁਸੀਂ ਜ਼ਿਆਦਾ ਖਲਾਰਾ ਨਾ ਪਾਇਓ, ਤੁਸੀਂ 4 5 ਰਿਸ਼ਤਿਆਂ ਨੂੰ ਵੀ ਸਹੀ ਤਰ੍ਹਾਂ ਨਿਭਾ ਕੇ ਨਾ, ਸਭ ਤੋਂ ਪਹਿਲਾਂ ਇੱਕ ਕੰਮ ਕਰਨਾ ਹੈ ਕਿ ਉਹ ਜਿਹੜੀ ਵੀ ਆਪਣੀ ਉਹਨਾਂ ਨਾਲ ਟੁੱਟ ਭੱਜ ਹੋਈ ਨੂੰ ਰਿਪੇਅਰ ਕਰਨ ਦੀ ਕੋਸ਼ਿਸ਼ ਕਰੋ। ਅੱਜ ਇੱਕ ਕੁੜੀ ਦਾ ਮੈਨੂੰ 2 ਦਿਨ ਪਹਿਲਾਂ ਫੋਨ ਆਇਆ, ਉਹਦੀ ਸੱਸ ਸਹੁਰੇ ਦੇ ਨਾਲ ਡਿਸਪਿਊਟ ਸੀ, ਹੋ ਸਕਦਾ ਆਪਣੀ ਕਥਾ ਵੀ ਸੁਣਦੀ ਹੋਵੇ। 1.5 ਸਾਲ ਪਹਿਲਾਂ ਮੈਨੂੰ ਕਹਿੰਦੀ ਕਿ ਵੀਰ ਜੀ ਇਹ ਇੱਕ ਏਦਾਂ ਦਾ ਇਸ਼ੂ ਹੈਗਾ ਤੇ ਵੀਰ ਜੀ ਮੇਰੇ ਦਿਲ 'ਚ ਕੁਛ ਨਹੀਂ ਹੈ। ਮੈਂ ਜੇ ਤੇਰੇ ਦਿਲ 'ਚ ਕੁਛ ਨਹੀਂ ਤੇ ਗੱਲ ਨੂੰ ਜਾਣਦੇ ਨਾ, ਤੇਰੀ ਗੱਲ ਤੈਨੂੰ ਬੋਦਰ ਕਿਉਂ ਕਰਦੀ? ਕਹਿੰਦੀ ਮੈਂ ਮਿਲਣਾ ਤੇ ਪਰਮਾਤਮਾ ਨੂੰ ਆ, ਤੇ ਮੇਰੀ ਅੜਚਣ ਕੀ ਆ? ਮੈਂ ਅੜਚਣ ਤੇ ਕੁੜੀ ਉੱਥੇ ਹੀ ਹੋਈ। ਬੁੱਢੇ 2 ਬੰਦੇ ਤੇਰੀ ਜ਼ਿੰਦਗੀ 'ਚ ਹੈਗੇ ਨੇ, ਆਉਂਦੇ ਨੇ, ਤੈਨੂੰ ਮਿਲਦੇ ਨੇ, ਤੇਰੇ ਬੱਚੇ ਨੂੰ ਪੜਾਉਂਦੇ ਨੇ, ਪਰ ਜੇ ਕੁੜੀਏ ਮੈਂ ਤੇਰੀ ਐਨਰਜੀ ਉੱਥੇ ਹੀ ਨਾ ਪਹੁੰਚੀ, ਜਿਹੜੇ ਇੰਨੇ ਲਾਗੇ ਨੇ ਤੇਰੇ, ਤੇ ਦੂਜੇ ਨੇ ਕਿੱਥੋਂ ਫੀਲ ਕਰਨਾ? ਇਹਦਾ ਤੇ ਤੈਨੂੰ ਸਟੈਪ ਲੈਣਾ ਪੈਣਾ, ਔਰ ਉਹੀ ਤੇਰਾ ਐਗਜ਼ਾਮੀਨੇਸ਼ਨ ਹੈ। ਔਰ ਬਾਹਰਲੇ ਸਾਨੂੰ ਮੈਂ ਇਹਨੂੰ ਕੀ ਮਾਫ ਕਰਨਾ? ਮਾਫ ਤੇ ਕਰਨਾ ਜਿਹੜਾ ਮੇਰਾ ਸਾਹਮਣੇ, ਜਿਹੜਾ ਮੇਰਾ ਖਲੋਤਾ ਵਾ। ਤੇ ਉੱਥੇ ਤੇ ਫਰਕ ਹੈਗੀ, ਉੱਥੇ ਤੇ ਪਤਾ ਲੱਗਣਾ ਕਿ ਤੇਰੇ ਪੱਲੇ ਕੀ ਆ। ਤੇ ਉਹ ਕੁੜੀ ਨੇ ਜੀ ਮੇਰਾ ਕਹਿਣਾ ਮੰਨਿਆ ਨੂੰ, ਮੈਂ ਨੀ ਉਹਨੂੰ ਕਿਹਾ ਮਾਫੀ ਮੰਗ, ਮੈਂ ਇਹ ਫੈਸਲਾ ਤੇਰਾ ਹੋਊ। ਕਹਿੰਦੀ ਇੱਕ ਦਿਨ ਆਏ ਵੀਰ ਜੀ, ਤੇ ਮੈਂ ਡੈਡੀ ਜੀ ਨੂੰ ਕਹਿਤਾ, ਡੈਡੀ ਜੀ ਮੇਰੀ ਗਲਤੀ ਹੈ, ਮੇਰਾ ਕਸੂਰ ਜੋ ਵੀ ਆ, ਤੇ ਮੈਂ ਤਾਂ ਮਤਲਬ ਮਿਸਟੇਕ ਕੀਤੀ। ਉਹ ਕਹਿੰਦੀ ਨਹੀਂ ਪੁੱਤ, ਤੇਰਾ ਵੀ ਕਸੂਰ ਨਹੀਂ ਹੈਗਾ, ਸਾਡਾ ਵੀ ਕਸੂਰ ਹੈ। ਨਿੱਜਰ ਸਾਹਿਬ ਦੇਖ ਲਓ, ਕੱਲ ਕਹਿਣ ਦਾ ਫਰਕ ਪੈ ਗਿਆ। ਬਿਲਕੁਲ ਜੀ, ਬਿਲਕੁਲ ਸਹੀ ਹੈ। ਉਹ ਕਹਿੰਦੇ ਆ ਨਹੀਂ ਕੁੜੀਆ, ਤੇਰਾ ਨਹੀਂ ਕੱਲੀ ਦਾ ਕਸੂਰ, ਸਾਡਾ ਵੀ, ਅਸੀਂ ਵੀ ਗਲਤੀਆਂ ਸੀ। ਫਿਰ ਉਹਨਾਂ ਨੇ ਅੱਧਾ ਘੰਟਾ 1.5 ਘੰਟਾ ਮੀਟਿੰਗ ਕੀਤੀ, ਤੇ ਉਹ ਕਹਿੰਦਾ ਪੁੱਤ ਤੂੰ ਬਹੁਤ ਵਧੀਆ, ਮੈਂ ਆਪਣੇ ਮੁੰਡੇ ਕੋਲ ਤੇ ਆਉਣਾ ਹਾਂ, ਪਰ ਨਾ ਮੈਂ ਕਿਤੇ ਮਿਲਿਆ ਨਹੀਂ। ਅੱਜ ਪੁੱਤ ਤੂੰ ਮੈਨੂੰ ਮੁਕਤ ਕਰਤਾ, ਮੇਰੀ ਆਤਮਾ ਨੂੰ ਸ਼ਾਂਤੀ ਮਿਲੀ। ਕਿੱਦਾਂ ਮੇਰੇ ਗੱਲ 'ਚ ਫਸੀ ਇਹ ਗੱਲ? ਕਿੱਦਾਂ ਨਿੱਜਰ ਸਾਹਿਬ ਮੈਂ ਤੁਹਾਡੇ ਘਰ ਆਵਾਂ, ਤੁਸੀਂ ਮੈਨੂੰ ਪਸੰਦ ਹੀ ਨਾ ਕਰਦੇ ਹੋ, ਤੇ ਕਿੱਦਾਂ ਆਉਣਾ ਹੋਊਗਾ ਮੇਰਾ? ਮੈਂ ਕਿੰਨਾ ਹਿੰਮਤ ਕਰਕੇ ਆਊਂਗਾ ਤੁਹਾਡੇ ਕੋਲ? ਬਿਲਕੁਲ। ਤੇ ਉਹ ਸਾਧ ਸੰਗਤ ਜੀ, ਇਹ ਗੱਲ ਬੜੀ, ਇਹ ਗੱਲਾਂ ਮੈਂ ਤੁਹਾਡੇ ਨਾਲ ਤਾਂ ਸਾਂਝੀਆਂ ਕਰਦਾ ਕਿਉਂਕਿ ਆਪਾਂ ਇੱਥੇ ਰਹਿੰਦੇ ਹਾਂ ਇਹਨਾਂ ਚੀਜ਼ਾਂ 'ਚ, ਤੇ ਰਿਸ਼ਤੇ ਬੜੇ ਵਧੀਆ ਹੁੰਦੇ ਨੇ। ਇਹਨਾਂ ਨੂੰ ਕੁਛ ਰਿਸ਼ਤੇ ਇਹਨਾਂ ਦੀ ਕਦਰ ਕਰਿਆ ਕਰੋ ਪਲੀਜ਼। ਉਹਨਾਂ ਨੂੰ ਜੇ ਮਾਫ ਮੂਫ ਕਰ ਦੋ, ਕੁਛ ਵੀ ਕਰਕੇ ਉਹਨੂੰ ਰਿਪੇਅਰ ਕਰੋ।
ਤਾਂ ਜੋ ਤੁਸੀਂ ਤੋਂ ਮੁਕਤ ਹੋ ਜਾਓਗੇ। ਉਹਨੇ ਨਹੀਂ ਮੁਕਤ ਹੋਣਾ, ਤੁਸੀਂ ਮੁਕਤ ਹੋ ਜਾਣਾ। ਇੱਕ ਨਾ ਨਰਿੰਦਰਪਾਲ ਜੀ, ਜਿਹੜੇ ਆਪਣਾ ਕੈਮਰਾ ਬੰਦ ਕਰ ਦਿਓ ਜੀ, ਤੁਹਾਡਾ ਕੈਮਰਾ ਜਿਹੜਾ ਹੈ ਮੂਵਮੈਂਟ ਕਰੀ ਜਾ ਰਿਹਾ ਬਾਰ-ਬਾਰ। ਨਰਿੰਦਰਪਾਲ। ਹਾਂਜੀ, ਹੁਣ ਸਾਧ ਸੰਗਤ ਜੀ ਇਹ ਗੱਲ 2 ਮਿੰਟ ਸੁਣਨੀ ਤੁਸੀਂ ਧਿਆਨ ਦੇ ਨਾਲ, ਫਿਰ ਆਪਾਂ ਕਥਾ ਤੇ ਆ ਜਾਂਦੇ ਹਾਂ। ਕਥਾ ਵੀ ਇਸੇ ਚੀਜ਼ ਦੀ ਚੱਲਣੀ। ਭਗਤੀ ਇੱਕ ਐਸੀ ਚੀਜ਼ ਆ ਜਿਹਨੇ ਸਾਰਾ ਹੀ ਕੰਮ ਸੈੱਟ ਕਰ ਦਿੱਤਾ। ਤੁਸੀਂ ਪਰਮਾਤਮਾ ਦੀ ਭਗਤੀ ਕਰਨੀ, ਡਾਇਰੈਕਟ ਜਾਣਾ। ਉਸ ਤੋਂ ਬਾਅਦ ਤੁਹਾਡੇ ਜੀਵਨ ਚ ਆਊਗਾ ਧਰਮ। ਜਿੱਥੋਂ ਵੀ ਧਰਮ ਤੁਹਾਡੇ ਜੀਵਨ ਚ ਆ ਗਿਆ ਤੇ ਸੱਚਖੰਡ ਤੁਹਾਡੇ ਤੋਂ ਦੂਰ ਨਹੀਂ ਹੈਗਾ। ਸੱਚਖੰਡ ਤੋਂ ਭਾਵ ਬ੍ਰਹਮਲੀਨਤਾ, ਧਰਮ ਉੱਤਮ ਹੈ, ਉਸ ਤੋਂ ਅੱਗੇ ਕੁਝ ਨਹੀਂ ਹੈਗਾ। ਜਿੱਥੇ ਜਾ ਕੇ ਸਾਰਾ ਕੁਝ ਠਹਿਰ ਜਾਏਗਾ, ਕਿਉਂਕਿ ਪਰਮਾਤਮਾ ਵੀ ਗਤੀਹੀਨ ਹੈ। ਔਰ ਜਦੋਂ ਸਾਡੇ ਅੰਦਰੋਂ ਵੀ ਇਹ ਜਿਹੜੀਆਂ ਗਤੀ ਨਹੀਂ ਚੱਲਦੀਆਂ ਜੀ, ਸ਼ਕਤੀਆਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਰਾਗ ਤੇ ਦਵੈਸ਼, ਇਹ ਜਦੋਂ ਕਿੱਥੇ ਹੋ ਜਾਂਦੀਆਂ ਨਾ ਤੇ ਅਸੀਂ ਬ੍ਰਹਮ ਹੋ ਜਾਂਦੇ ਹਾਂ। ਕਹਿਣ ਤੋਂ ਭਾਵ ਬ੍ਰਹਮ ਹੋ ਜਾਂਦੇ, ਮਤਲਬ ਬ੍ਰਹਮ ਜਿਹੀ ਸ਼ਕਤੀ ਨਹੀਂ ਆ ਜਾਂਦੀ, ਪਰ ਅਸੀਂ ਬ੍ਰਹਮ ਨੂੰ ਅਨੁਭਵ ਕਰ ਲੈਂਦੇ ਹਾਂ। ਉਹਨੂੰ ਸਹਿਜ ਸਮਾਧੀ ਕਹਿੰਦੇ ਆ ਸਾਧੂ, ਸਹਿਜ ਸਮਾਧੀ ਭਲੀ, ਕਿ ਜਦੋਂ ਹੁਣ ਕੁਛ ਕਰਨ ਦੀ ਲੋੜ ਨਹੀਂ ਹੈ, ਹੁਣ ਜਪ ਤਪ ਕਰਨ ਦੀ ਲੋੜ ਨਹੀਂ ਹੈ। ਜਿੱਥੇ ਆਉਣਾ ਮੈਂ ਆ ਗਿਆ, ਉੱਥੇ ਆ ਕੇ ਖਲੋ ਗਿਆ। ਉਸ ਤੋਂ ਅੱਗੇ ਬ੍ਰਹਮ ਤੋਂ ਅੱਗੇ ਕੋਈ ਜਾ ਨਹੀਂ ਸਕਦਾ। ਬ੍ਰਹਮ ਆਪ ਹੀ ਹੈ, ਜਿੱਥੇ ਆ ਕੇ ਤੁਸੀਂ ਰੁਕ ਜਾਣਾ ਹੈ। ਔਰ ਉਸ ਆਨੰਦ ਨੂੰ ਤੁਸੀਂ ਬਿਆਨ ਨਹੀਂ ਕਰ ਸਕਦੇ। ਤੁਸੀਂ ਕਹਿ ਵੀ ਨਹੀਂ ਸਕਦੇ ਤੱਤਾ ਹੈ, ਠੰਡਾ ਹੈ, ਬਾਹਰ ਗਰਮੀ ਹੈ, ਬੜੀ ਧੁੱਪ ਲੱਗੀ ਹੋਈ ਹੈ, ਤੁਹਾਨੂੰ ਧੁੱਪ ਹੀ ਨਹੀਂ ਲੱਗਣੀ। ਦੇਖੋ ਤੁਹਾਡੇ ਅੰਦਰ ਦੀ ਇੰਨੀ ਅਵਸਥਾ ਬਣ ਜਾਏਗੀ। ਗੱਲਾਂ ਨਹੀਂ ਹੈਗੀਆਂ, ਅਸਲੀਅਤ ਹੈਗੀ ਆ। ਔਰ ਬੜੀ ਰੌਲਾ ਪੈਂਦੇ ਆ, ਬੜਾ ਦੁਨੀਆ ਤੇ ਤਬਾਹੀ ਮੱਚੀ ਹੋਈ ਹੈ। ਤੁਹਾਡੇ ਅੰਦਰ ਹਲਚਲ ਨਹੀਂ ਪੈਦਾ ਹੋ, ਇੱਕਦਮ ਸ਼ਾਂਤ ਹੋ ਗਿਆ। ਜਿੱਥੇ ਕਿਸੇ ਨੂੰ ਫੜਦਾ ਹੀ ਨਹੀਂ, ਕਿਸੇ ਨੇ ਕੁਛ ਵੀ ਨਹੀਂ ਫੜਨਾ, ਕਿਸੇ ਨੇ ਇੱਕਦਮ ਸ਼ਾਂਤ ਹੋ ਜਾਣਾ। ਹੁਣ ਇੱਥੇ ਆਪਾਂ ਜੋ ਵਿਚਾਰ ਕਰਦੇ ਹਾਂ, ਕੱਲ ਦੀ ਬਾਣੀ ਦੇ ਵਿੱਚ 2 ਚੀਜ਼ਾਂ ਦੀ ਗੱਲ ਬਹੁਤ ਖੁੱਲ੍ਹ ਕੇ ਕਬੀਰ ਸਾਹਿਬ ਜੀ ਨੇ ਕੀਤੀ ਹੈ। ਉਹਨਾਂ ਗੱਲ ਕੀਤੀ, ਇੱਕ ਆਸਥਾ, ਇੱਕ ਕੀਤੀ ਸ਼ਰਧਾ। ਜਿਹੜੀ ਆਸਥਾ ਹੈ ਉਹ ਅੰਧ ਵਿਸ਼ਵਾਸ ਹੈ। ਇੱਥੇ ਜਿਹੜਾ ਪਾਣੀ ਦੀ ਗੱਲ ਕਰਦੇ ਨਾ, ਦੁੱਧ ਤੇ ਤੈਨੂੰ ਪਾਣੀ ਦੀ ਪਛਾਣ ਨਹੀਂ ਆਉਂਦੀ, ਕਿਉਂਕਿ ਤੂੰ ਅੱਖਾਂ ਬੰਦ ਕਰਕੇ ਚੀਜ਼ ਖਰੀਦ ਲਿਆ। ਔਰ ਉਹਨੇ ਕੀ ਦਿੱਤਾ ਤੈਨੂੰ, ਅਸਲੀ ਹੀਰਾ ਹੈ ਜਾਂ ਨਕਲੀ ਹੀਰਾ ਹੈ, ਤੂੰ ਚੈੱਕ ਨਹੀਂ ਕਰ ਰਿਹਾ। ਪਾਣੀ ਤੇ ਇਹੋ ਕਹਿੰਦੀ ਆ, ਤੇਰੇ ਕੋ ਅਸਲੀ ਹੀਰਾ ਹੈ ਜਾਂ ਨਕਲੀ ਹੀਰਾ ਹੈ, ਚਰਨਜੀਤ 2 ਮਿੰਟ ਲਗਾ, ਰੁਮਾਲ ਨੂੰ ਖੋਲ। ਹੋ ਸਕਦਾ ਮਿੱਟੀ ਦਾ ਢੇਲਾ ਹੋਵੇ ਜਿਹਨੂੰ ਤੂੰ ਹੀਰਾ ਸਮਝ ਰਿਹਾ, ਕਿਉਂਕਿ ਉਹ ਹੀਰੇ ਨੇ ਤੇਰੇ ਜੀਵਨ ਚ ਚਮਕ ਲਿਆਉਣੀ ਹੈ, ਪਰ ਚਮਕ ਤੇ ਤੇਰੇ ਆ ਨਹੀਂ ਰਹੀ। ਇਹ ਤਾਂ ਕੀ ਹੈ, ਕੱਚ ਕੁਝ ਨਹੀਂ ਤੈਨੂੰ ਫੜਾਤਾ ਕਿਸੇ ਨੇ। ਤੇ ਜਿਹੜੀ ਸ਼ਰਧਾ ਹੈ ਉਹ ਕਹਿੰਦੀ ਆ ਕਿ ਮੈਂ ਪਹਿਲਾਂ ਬੁੱਧੀ ਦੇ ਆਧਾਰ ਤੇ ਪਰਖਾਂਗੀ ਜਿੰਨਾ ਮੇਰਾ ਗਿਆਨ ਹੈ ਨਾ। ਉਹ ਕਹਿੰਦੇ ਕਿ ਬਿਨਾਂ ਵਿਚਾਰ ਕੀਤੇ ਨਾਮ ਵੀ ਨਹੀਂ ਜਪਣਾ, ਤੇ ਬਿਨਾਂ ਵਿਚਾਰ ਕੀਤੇ ਭਗਤੀ ਨਹੀਂ ਕਰਨੀ, ਨਾ ਹੀ ਦਾਨ ਕਰਨਾ। ਇਹਨੇ ਜੈਸਾ ਬਾਣੀ ਕੀ ਗੱਲ ਪੱਕੀ ਤਰ੍ਹਾਂ ਸਮਝਾਈ ਗਈ ਹੈ ਨਾ। ਬਿਲਕੁਲ ਸਮਝਾਈ ਗਈ ਹੈ ਗੋਰਖੀ ਸਾਹਿਬ। ਮੈਂ ਪੂਰੀ ਲੈ ਲੂੰਗਾ। ਇਹ ਜਿਹੜੀ ਆ ਪੌੜੀ ਹੈਗੀ, ਪੌੜੀ ਪੂਰੀ ਦੀ ਪੂਰੀ ਪੌੜੀ ਪੜ੍ਹ ਦੂੰਗਾ ਮੈਂ ਕਿਸੇ ਦਿਨ। ਹਾਂ, ਉਹ ਵੀ ਆਪਾਂ ਪੜ੍ਹਨੀ ਹੈ। ਹਾਂਜੀ, ਕਿ ਬੁੱਧੀ ਤੋਂ ਬਿਨਾਂ ਕੋਈ ਕੰਮ ਨਹੀਂ ਕਰਨਾ। ਬਿਨਾਂ ਬੁੱਧੀ ਤੋਂ ਤੁਸੀਂ ਜੋ ਵੀ ਕਰੋਗੇ ਨਾ, ਮੈਨੂੰ ਦੱਸੋ ਤੁਸੀਂ ਬੁੱਧੀ ਤੋਂ ਬਿਨਾਂ ਰੋਟੀ ਬਣਾ ਸਕਦੇ? ਬੁੱਧੀ ਤੋਂ ਬਿਨਾਂ ਤੁਸੀਂ ਕੱਪੜੇ ਪਾ ਸਕਦੇ? ਬੁੱਧੀ ਤੋਂ ਬਿਨਾਂ ਤੁਸੀਂ ਨਹਾ ਸਕਦੇ? ਕੀ ਕਰੋਗੇ ਬੁੱਧੀ ਜਦੋਂ ਬੁੱਧੀ ਨਹੀਂ ਹੈਗੀ? ਗਿਆਨ ਬੜਾ ਜ਼ਰੂਰੀ ਹੈ। ਪਰ ਬੁੱਧੀ ਦਾ ਮਤਲਬ ਸਟਾਰਟਿੰਗ ਤੋਂ ਬੁੱਧੀ ਨੂੰ ਤੁਹਾਨੂੰ ਅੰਧ ਵਿਸ਼ਵਾਸ ਤੋਂ ਕੱਢਣਾ ਵਾ। ਪਰ ਆਪਾਂ ਬੁੱਧੀ ਤੋਂ ਨਿਜਰ ਸਾਹਿਬ ਬੁੱਧੀ ਨੂੰ ਸ਼ਾਂਤ ਕਰ ਦਿੰਦੇ ਆ। ਆਪਾਂ ਬੁੱਧੀ ਨੂੰ ਕਹਿੰਦੇ ਨਾ 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 ਨਾ, ਇਹ ਲੱਖਾਂ ਲੋਕ ਤੁਰੇ ਜਾਣ ਦੀ ਤੂੰ ਨਾ ਰੌਲਾ ਪਾ, ਉਹ ਗਲਤ ਥੋੜੀ ਹੋਣਗੇ। ਪਰ ਕਬੀਰ ਜੀ ਕਹਿੰਦੇ ਆ ਕਿ ਬਹੀਰ ਭੀੜਾਂ ਦੀਆਂ ਭੀੜਾਂ, ਪੂਰਾਂ ਦੇ ਪੂਰ। ਤੁਸੀਂ ਨਹੀਂ ਗੱਲ ਕਰਦੇ ਕਿ ਪੂਰਾਂ ਦੇ ਪੂਰ ਜਿੱਥੇ ਭੀੜਾਂ ਦੀਆਂ ਭੀੜਾਂ ਬੈਠੀਆਂ ਨੇ। ਅਕਸਰ ਮਸ਼ਕੀਨ ਸਾਹਿਬ ਜੀ ਇੱਕ ਗੱਲ ਕਹਿੰਦੇ ਹੁੰਦੇ ਆ, ਕਹਿੰਦੇ ਸਿਆਣੇ ਮਨੁੱਖਾਂ ਦੀਆਂ ਭੀੜਾਂ ਨਹੀਂ ਹੁੰਦੀਆਂ, ਤੇ ਅਕਸਰ ਭੀੜਾਂ ਦੇ ਵਿੱਚ ਜ਼ਿਆਦਾ ਸਿਆਣੇ ਮਨੁੱਖ ਨਹੀਂ ਹੁੰਦੇ। ਉਹ ਭੀੜ ਤੈਨੂੰ ਪਤਾ ਮਨਮੁੱਖਾਂ ਦੀਆਂ ਇਕੱਠੀਆਂ ਹੁੰਦੀਆਂ। ਤੇ ਇਹ ਵਿਚਾਰ ਆ, ਇੱਕ ਆਸਥਾ ਵਾ, ਇੱਕ ਸ਼ਰਧਾ ਹੈ। ਆਸਥਾ ਸਾਨੂੰ ਕੀ ਕਹਿੰਦੀ ਹੈ, ਅੱਖਾਂ ਬੰਦ ਕਰਕੇ ਭੀੜ ਦੇ ਵਿੱਚ ਬੈਠੇ ਰਹੋ। ਤੇ ਸ਼ਰਧਾ ਕਹਿੰਦੀ ਨਹੀਂ, ਸਾਡੇ ਅੰਦਰ ਜੋ ਬੁੱਧੀ ਹੈਗੀ ਆ ਉਹਦਾ ਇਸਤੇਮਾਲ ਕਰਨਾ ਹੈ। ਮੈਂ ਪਰਖਾਂਗਾ, ਚੈੱਕ ਕਰਾਂਗਾ। ਚੈੱਕ ਕਰਨ ਤੋਂ ਮਤਲਬ ਕੁਛ ਇਹ ਨਹੀਂ ਕਿ ਆਪਾਂ ਉਹਨੂੰ ਸੰਤੁਲਿਤ ਚੈੱਕ ਕਰਨ ਜਾਣਾ।
ਕਿ ਉਹਦੇ ਜਿਹੜੇ ਬੋਲ ਆ ਉਹ ਸਾਡੇ ਜੀਵਨ 'ਚ ਉਚਾਈ ਲਿਆਉਂਦੇ ਨੇ। ਜੇ ਉਹਦੀ ਸੰਗਤ ਆਪਾਂ ਕਰ ਰਹੇ ਹਾਂ, ਜੋ ਟੈਕਨੀਕ ਕਹਿਣ ਦਿਆ ਵਾ ਕਿ ਏਦਾਂ ਬਈ 7-8 ਨਾਮ ਲੈ ਲਓ, 20 ਨਾਮ, 100 ਨਾਮ, ਪਤਾ ਨਹੀਂ ਕੀ ਕਹਿੰਦਾ, ਪੜ੍ਹੀ ਜਾਓ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਮੁਕਤੀ ਮਿਲ ਰਹੀ। ਤੇ ਇਹ ਮਿਲ ਰਹੀ ਹੈ ਤਾਂ ਬਹੁਤ ਵਧੀਆ ਗੱਲ। ਹੁਣ ਬਾਣੀ ਪਤਾ ਕੀ ਚਾਹੁੰਦੀ ਆ? ਬਾਣੀ ਸਾਨੂੰ ਕੀ ਕਹਿੰਦੀ ਆ ਕਿ ਚਰਨਜੀਤ ਤੇਰੇ ਔਗਣ ਪ੍ਰਗਟ ਨੇ, ਮੈਂ ਤੈਨੂੰ ਇੱਕ ਰੰਬੀ ਦਿੰਦੀ ਆ, ਛੋਟੀ ਜਿਹੀ ਰੰਬੀ, ਉਹਨੂੰ ਬੁੱਧੀ ਕਹਿੰਦੀ ਆ। ਤੂੰ ਏਦਾਂ ਕਰ, ਇਹਨੂੰ ਲੈ ਕੇ ਜਾ ਤੇ ਤੇਰੀ ਕਿਆਰੀ ਦੇ ਵਿੱਚ ਤੈਨੂੰ ਵੇਖਣਾ ਪਊਗਾ। ਤੇਰੀ ਜਿਹੜੀ ਕਿਆਰੀ ਹੈ, ਨਿੱਜਰ ਸਾਹਿਬ ਕਹਿੰਦੇ, ਉਹਨੂੰ ਵੇਖ ਕੇ ਉਹਦੇ ਚ ਵੇਖ ਕਿਹੜੀਆਂ ਜੜੀਆਂ ਬੂਟੀਆਂ ਉੱਗੀਆਂ ਹੋਈਆਂ, ਤੇ ਉਹ ਜਿਹੜੀਆਂ ਬੂਟੀਆਂ ਨੇ ਤੈਨੂੰ ਪੁੱਟਣੀਆਂ ਪੈਣ ਭਗਤੀ ਦੇ ਨਾਲ। ਬਿਲਕੁਲ ਭਗਤੀ ਵੀ ਕਰ ਔਰ ਬੁੱਧੀ ਦੇ ਨਾਲ। ਉਹ ਜਿੱਦਾਂ ਗਮਲੇ ਦੇ ਲਾਗੇ ਜਾਂ ਕਿਆਰੀ ਹੈਗੀ ਆ, ਜੋ ਵੀ ਜਿੱਥੇ ਵੀ ਆ, ਉੱਥੇ ਖਾਸ ਕਰਕੇ ਤੈਨੂੰ ਬੂਟੀਆਂ ਪੁੱਟਣੀਆਂ ਪੈਣੀਆਂ ਹੀ। ਤੇ ਬੂਟੀਆਂ ਦੇ ਵਿੱਚ ਤੈਨੂੰ ਇੱਕ ਬੂਟੀ ਖਾਸ ਕਰਕੇ ਮਿਲੂਗੀ, ਉਹ ਹੈ ਕੋਈ ਧਾਰਨਾ ਨਾ ਮਨ ਚ ਬਣਾ ਲਈ। ਪੱਕੀ ਧਾਰਨਾ ਹੁੰਦੀ ਨਾ, ਕਈ ਵਾਰੀ ਆਪਾਂ ਜਦੋਂ ਧਾਰਨਾ ਬਣਾ ਲੈਂਦੇ ਨਾ, ਆਪਾਂ ਕਹਿੰਦੇ ਕਿ ਇਹ ਬੰਦਾ ਹੈਗਾ ਗੰਦਾ। ਉਹ ਬੰਦਾ ਸੋਨੇ ਦਾ ਵੀ ਹੋ ਜੇ, ਪਰ ਅਸੀਂ ਉਹਨੂੰ ਲੇਬਲ ਕਰਤਾ ਕਿ ਇਹ ਬੰਦਾ ਹੈਗਾ ਗੰਦਾ, ਇਹਨੇ ਨਹੀਂ ਠੀਕ ਹੋਣਾ। ਇਹ ਧਾਰਨਾ ਵਾ ਨਿੱਜਰ ਸਾਹਿਬ। ਸੱਜਣ ਦੋਸਤ ਬਣ ਸਕਦੇ ਆ ਤੇ ਸੱਜਣ ਦੁਸ਼ਮਣ ਵੀ ਬਣ ਸਕਦੇ ਆ। ਇੱਕ ਟਾਈਮ ਆਉਂਦਾ ਵਾ ਕਿ ਜਿਹੜੇ ਪੁਰਾਣੇ ਦੁਸ਼ਮਣ ਹੋਣਗੇ ਨਾ ਤੁਹਾਡੇ, ਉਹ ਦੋਸਤ ਬਣ ਜਾਂਦੇ ਨਿੱਜਰ ਸਾਹਿਬ, ਤੇ ਜਿਹੜੇ ਤੁਹਾਡੇ ਬੜੇ ਕਰੀਬੀ ਦੋਸਤ ਹੁੰਦੇ ਉਹ ਦੁਸ਼ਮਣ ਵੀ ਬਣ ਸਕਦੇ। ਇਹ ਕੁਦਰਤੀ ਨਿਯਮ ਹੈ। ਹਾਂਜੀ ਨਿੱਜਰ ਸਾਹਿਬ, ਬਿਲਕੁਲ ਠੀਕ। ਤੁਸੀਂ ਵੇਖੋ ਕਿੰਨੀ ਉਮਰ ਵਧਾਈ ਆ, ਤੇ ਅਕਸਰ ਏਦਾਂ ਹੋ ਜਾਂਦਾ ਹੈ। ਸਮੇਂ ਦੇ ਨਾਲ ਦੁਨੀਆ ਬਦਲ ਰਹੀ ਹੈ, ਪਰ ਇਸੇ ਤਰ੍ਹਾਂ ਸਾਡੇ ਲਾਗੇ ਜਿਹੜੇ ਕਰੀਬੀ ਹੁੰਦੇ ਨਾ ਰਿਸ਼ਤੇ, ਕੋਈ ਜ਼ਿਆਦਾ ਨਹੀਂ, ਇੱਕ ਰਿਸ਼ਤੇ ਨੂੰ ਬਣਾਉਣ ਦੇ ਲਈ 25-30 ਸਾਲ 40 ਸਾਲ ਲੱਗ ਜਾਂਦੇ ਆ। ਤੇ ਆਪਾਂ ਛੋਟੀ ਜਿਹੀ ਗੱਲ ਕਰਕੇ ਤੋੜ ਦਿੰਦੇ ਆ। ਕੋਸ਼ਿਸ਼ ਕਰਿਆ ਕਰੋ, ਔਰ ਚੰਗੇ ਬੰਦੇ ਦੀ ਹਮੇਸ਼ਾ ਹੀ ਜ਼ਿੰਦਗੀ 'ਚ ਲੋੜ ਹੁੰਦੀ ਹੈ। ਜੇ ਕੋਈ ਚੰਗਾ ਬੰਦਾ ਆ ਗਿਆ ਜ਼ਿੰਦਗੀ 'ਚ, ਉਹਨੂੰ ਸਾਂਭ ਕੇ ਰੱਖੋ। ਦੁੱਖ ਜ਼ਿੰਦਗੀ 'ਚ ਆਉਂਦਾ ਰਹਿੰਦਾ ਹੈ, ਤੇ ਜਿਹੜੇ ਚੰਗੇ ਲੋਕ ਹੁੰਦੇ ਸਾਡੀ ਬੜੀ ਮਦਦ ਕਰਦੇ। ਤੇ ਇਹ ਵੇਖ ਲਓ, ਇਸ ਚੀਜ਼ਾਂ ਦਾ ਵਿਚਾਰ ਕਰਨਾ ਹੈ। ਜਦੋਂ ਆਪਾਂ ਭਗਤੀ ਕੀਤੀ, ਭਗਤੀ ਨੇ ਸਭ ਤੋਂ ਪਹਿਲਾਂ ਤੇ ਸਾਨੂੰ ਇਹ ਸਿਖਾਉਣਾ ਹੈ ਕਿ ਸਾਡੇ ਅੰਦਰ ਜਿਹੜੇ ਔਗਣ ਆ ਉਹਨਾਂ ਨੂੰ ਨਸ਼ਟ ਕਰਦੀ ਹੈ ਭਗਤੀ ਬਹੁਤ ਫਾਸਟ ਹੈ। ਜਦੋਂ ਆਪ ਨਿਰਗੁਣ ਬ੍ਰਹਮ ਦੀ ਭਗਤੀ ਕਰਦੇ ਜੋ ਨਾ, ਬਹੁਤ ਛੇਤੀ ਇਹਦਾ ਕੰਮ ਆ, ਬਹੁਤ ਫਾਸਟ ਆ। 5-6 ਮਹੀਨੇ ਇਹਦੇ ਲਈ ਬਹੁਤ ਵੱਡੀ ਗੱਲ ਹੈ ਬ੍ਰਹਮ ਦੇ ਲਈ। ਵਿਜੇ ਸਾਹਿਬ ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ। ਕੋਈ ਜ਼ਿਆਦਾ ਵੈਸੇ ਬਾਣੀ 9 ਦਿਨ ਕਹਿੰਦੀ ਆ, ਫਿਰ ਮੈਂ 5-6 ਮਹੀਨੇ ਦਾ ਟਾਈਮ ਦਿੰਦਾ ਵਾ, ਕਿਉਂਕਿ ਆਪਾਂ ਉਨੀ ਭਗਤੀ ਕਰ ਨਹੀਂ ਪਾ ਸਕਦੇ, ਕਿਉਂਕਿ ਘਰਾਂ ਦੇ ਬੱਚੇ ਸਾਹਮਣੇ ਹੋਰ ਬੜੇ ਰਜੇਵੇਂ। ਕੱਲ ਮੇਰਾ ਮਾਮਾ ਆਇਆ, ਛੋਟਾ ਮਾਮਾ, ਤੇ ਮਾਮਾ ਕਹਿੰਦਾ ਕਿ ਮੈਂ ਮਾਮਾ ਜੀ ਤੁਸੀਂ ਸੰਗਤ ਨਹੀਂ ਕਰਦੇ? ਕਹਿੰਦਾ ਚਰਨਜੀਤ ਟਾਈਮ ਨਹੀਂ ਲੱਗਦਾ। ਮੈਂ ਟਾਈਮ ਤੇ ਤੁਹਾਡੇ ਕੋਲ ਨਹੀਂ ਹੈਗਾ, ਹੋਰ ਕੋਲ ਟਾਈਮ ਹੈਗਾ ਜੀ। ਪਰ ਸਰਜਰੀ ਮੈਂ ਤੁਸੀਂ ਆਲਰੇਡੀ ਕਰਾਈ ਆ, ਤੇ ਉਹ ਰਾਤੀ ਨਾ ਬੱਚਾ ਸਾਂਭਦਾ, ਤੇ ਮੈਂ ਬੱਚਾ ਤੁਹਾਡੇ ਤੋਂ ਬਿਨਾਂ ਵੀ ਸਾਂਭੀਆਂ ਜਾਣੀਆਂ ਵਾ, ਕਿਤੇ ਨਾ ਬੱਚੇ ਸਾਂਭਦੇ ਰਹੇ ਜੇ ਉਹ। ਤੇ ਮੈਂ ਅਗਲੇ ਨੇ ਪੁੱਛਣਾ ਵਾ ਕਿ ਦਲਜੀਤ ਸਿੰਘ ਕੀ ਕਰਕੇ ਲਿਆ? ਮੱਝਾਂ ਹੀ ਸਾਂਭ ਛੱਡੀਆਂ ਜ਼ਿੰਦਗੀ 'ਚ ਹੈਂ? ਤੇ ਫਿਰ ਹੱਸੀ ਜਾਵੇ ਤੇ ਕਹਿੰਦਾ ਮੈਨੂੰ ਦੱਸ ਕੇ ਲਿੰਕ ਕਿੱਦਾਂ ਖੋਲਦਾ। ਫਿਰ ਮੈਂ ਦੱਸਿਆ, ਮੈਂ ਏਦਾਂ ਮੀਟਿੰਗ ਜੁਆਇਨ ਕਰਿਆ ਕਰ, ਭਾਵੇਂ ਅੱਧਾ ਘੰਟਾ ਹੀ ਜ਼ਿੰਦਗੀ 'ਚ ਆਪਣਾ ਸਮਾਂ ਕੱਢ, ਕਥਾ ਜ਼ਰੂਰ ਸਰਵਣ ਕਰ, ਤਾਂ ਜੋ ਤੇਰੇ ਮਨ ਦੇ ਅੰਦਰ ਜੇ ਕੋਈ ਇੱਕ ਪੂੰਝ ਵੀ ਵੜ ਗਈ ਤੇ ਤੇਰੇ ਅੰਦਰ ਉਹ ਇੱਛਾ ਜਾਗ ਜੇ, ਔਰ ਜਦੋਂ ਵੀ ਇੱਛਾ ਜਾਗੀ ਹੈ ਤੇ ਬੰਦਾ ਬ੍ਰਹਮ ਹੋ ਜਾਂਦਾ। ਹਾਂਜੀ ਵਿਜੇ ਸਾਹਿਬ, ਕਥਾ ਤੇ ਆਈਏ। ਹਾਂਜੀ, ਇਹ ਜਿਹੜਾ ਹੈ ਨਾ, ਦੇਖ ਲਓ, ਇਹ ਸ਼ਬਦ ਜਿਹੜਾ ਹੈਗਾ, ਜਿਨ੍ਹਾਂ ਦੀ ਬਾਣੀ ਹੈਗੀ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਬਾਣੀ ਪੰਜਵੀਂ ਪਾਤਸ਼ਾਹੀ ਨੇ, ਉਹਨਾਂ ਦੀ ਬਾਣੀ ਹੈਗੀ। ਕਬੀਰ ਜੀ ਦੇ ਜਿਹੜੇ ਸ਼ਬਦਾਂ ਦੇ ਨਾਲ ਉਹਨਾਂ ਨੇ ਰਲਾ ਕੇ ਆਪਣਾ ਸ਼ਬਦ ਦਿੱਤਾ ਹੈ ਭਾਈ। ਇਹਨੂੰ ਜ਼ਰੂਰ ਜਿਹੜਾ ਹੈਗਾ ਆਪਾਂ ਇਸ ਬਾਣੀ ਨੂੰ ਆਪਣਾ ਵਿਚਾਰ ਕੇ ਇਹਦੇ ਅਨੁਸਾਰ ਜਿਹੜਾ ਹੈਗਾ ਆਪਣੇ ਉੱਤੇ ਝਾਤੀ ਮਾਰੀਏ। ਆਪਣੇ ਅੰਦਰ ਆਹੀ ਪ੍ਰੋਬਲਮ ਹੈ, ਇਹੀ ਹਰਡਲ ਹੈ। ਇਸ ਜਗ੍ਹਾ ਤੇ ਜਿਹੜੀ ਹੈਗੀ ਆਪਾਂ ਜਿਹੜੇ ਹੈਗੇ ਖੜੇ ਆ ਭਾਈ। ਤੇ ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ 5ਵਾਂ, ਐਸੋ ਅਚਰਜ ਦੇਖਿਓ ਕਬੀਰ। ਕਿਉਂਕਿ ਸਟਾਰਟ 'ਚ ਹੀ ਮਹਾਰਾਜ ਦੇਖੋ ਕਿ ਐਡਰੈਸ ਕਰ ਰਹੇ, ਕਹਿੰਦੇ ਕਬੀਰ ਐਸਾ, ਮੈਂ ਹੈਰਾਨੀ ਦੀ ਗੱਲ ਦੇਖ ਲਈ। ਕਬੀਰ ਜੀ ਨੂੰ ਕਹਿ ਰਹੇ ਪੰਜਵੀਂ ਪਾਤਸ਼ਾਹੀ, ਐਸੋ ਅਚਰਜ ਦੇਖਿਓ ਕਬੀਰ, ਦਦ ਕੇ ਭੋਲੇ ਬਿਰੋਲੇ ਨੀਰ। ਕਹਿੰਦੇ ਦੁੱਧ ਦੇ ਭੁਲੇਖੇ ਦੇ ਵਿੱਚ, ਭੋਲੇ ਮਤਲਬ ਭੁਲੇਖੇ ਦੇ ਵਿੱਚ ਦੁਨੀਆ ਜਿਹੜੀ ਹੈਗੀ ਪਾਣੀ ਰਿੜਕੀ ਜਾ ਰਹੀ ਹੈ, ਪਾਣੀ ਰਿੜਕੀ ਜਾ ਰਹੀ ਹੈ। ਰਹਾਓ ਪਾਣੀ ਕੀ ਹੈ? ਵਿਸ਼ੇ ਵਿਕਾਰਾਂ ਦਾ ਜਲ ਹੈਗਾ। ਬਸ ਉਹੀ ਬਾਰ ਬਾਰ ਉਹੀ ਵਿਸ਼ੇ ਵਿਕਾਰ।
ਘੁਮਾ ਫਿਰਾ ਕੇ ਜਿਹੜਾ ਹੈਗਾ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਬਾਣੀ ਤੇ ਗੁਰੂ ਜੀ ਆਪਾਂ ਨੂੰ ਇਹ ਸਮਝਾ ਰਹੇ ਨੇ, ਕਹਿੰਦੇ ਐਸਾ ਅਚਰਜ ਦੇਖਿਓ ਕਬੀਰ। ਹਾਂ, ਕਿਤੇ ਕਬੀਰ ਜੀ ਨੇ ਦੇਖਿਆ ਜਾਂ ਮੈਂ ਦੇਖਿਆ ਜਾਂ ਕਿਸੇ ਨੇ ਵੀ ਦੇਖਿਆ, ਦੁੱਧ ਕੇ ਭੋਲੇ ਮਤਲਬ ਭਲੇਖੇ ਨਾਲ ਹੈ ਚਿੱਟੇ ਰੰਗ ਦੀ ਚੀਜ਼ ਆ, ਪਰ ਪਾਣੀ ਨੂੰ ਰੁਕੀ ਜਾ ਰਹੇ ਨੇ। ਹੁਣ ਪਾਣੀ ਤੋਂ ਕਹਿਣ ਤੋਂ ਭਾਵ ਆ, ਉਹਨਾਂ ਨੇ ਬੜਾ ਗਹਿਰੀ ਗੱਲ ਕਰਦੀ ਇੱਥੇ। ਆਪ ਦਹੀਂ ਨੂੰ ਰਿੜਕੋਗੇ 1-2 ਘੰਟੇ ਤੱਕ, 2-4 ਘੰਟੇ ਚ ਮੱਖਣ ਤੇ ਆਉਂਦਾ ਨਾ ਉੱਥੋਂ, ਬਿਲਕੁਲ ਪਾਣੀ ਤੋਂ ਨਿਕਲਦਾ ਹੀ ਕੁਛ ਨਹੀਂ ਪਿਆ, ਤੇ ਔਰ ਇਹ ਬੇਸ਼ਰਮ ਹੋ ਕੇ ਰਿੜਕੀ ਜਾ ਰਹੇ ਨੇ। ਹਾਂ, ਰਿਜ਼ਲਟ ਹੀ ਨਹੀਂ ਵੇਂਦੇ ਪਏ। ਬਦਬੂ ਆ ਰਹੀ ਹੈ, ਬਦਬੂ ਆ ਰਹੀ ਹੈ, ਕਿਉਂਕਿ ਉਹ ਗੰਦਾ ਵਿਸ਼ੇ ਵਿਕਾਰਾਂ ਦਾ ਜਲ ਹੈਗਾ, ਖੜਾ ਜਲ ਹੈਗਾ, ਜਿਹੜਾ ਵਗਦਾ ਹੀ ਨਹੀਂ ਜਲ, ਖੜਾ ਜਲ ਆ, ਔਰ ਉਸੇ ਨੂੰ ਰਿੜਕੀ ਜਾ ਰਹੇ, ਉਹਨੂੰ ਰਿੜਕ ਰਹੇ ਨੇ। ਔਰ ਉਸਦੇ ਵਿੱਚੋਂ ਕੀ ਪੈਦਾ ਹੋ ਰਿਹਾ ਹੈ, ਉਹ ਚੋਂ ਚੰਗੀ ਚੀਜ਼ ਨਿਕਲਦੀ ਨਹੀਂ ਪਈ। ਹਾਂ, ਔਰ ਜੇ ਨਹੀਂ ਨਿਕਲਦੀ ਪਈ ਤੇ ਇਹ ਡਿਸੀਜਨ ਕਿਹਨੇ ਲੈਣਾ ਹੈ? ਬਿਲਕੁਲ। ਉਹ ਕਹਿੰਦੇ ਆ ਕਿ ਤੂੰ ਕੰਮ ਕਰ 2 ਘੰਟੇ 4 ਘੰਟੇ 1 ਘੰਟਾ 10 ਘੰਟੇ 20 ਘੰਟੇ 1 ਹਫ਼ਤਾ 2 ਹਫ਼ਤੇ ਸਾਲ 2 ਸਾਲ 5 ਸਾਲ 10 ਸਾਲ 20 ਸਾਲ 30 ਸਾਲ 40 ਸਾਲ, ਤੂੰ 50 ਸਾਲ ਹੀ ਬਰਬਾਦ ਕਰ ਦੇਂਗਾ। ਹਾਂ, ਔਰ ਤੈਨੂੰ ਨਹੀਂ ਪਤਾ ਲੱਗਦਾ ਕਿ ਇਹ ਪਾਣੀ ਹੈਗਾ, ਇਹ ਤੋਂ ਕੁਛ ਨਹੀਂ ਨਿਕਲਦਾ ਪਿਆ। ਬਿਲਕੁਲ। ਰਿਜ਼ਲਟ ਤੇਰੇ ਹੱਥ ਕੋਈ ਨਹੀਂ ਆਉਂਦਿਆ। ਉਹ ਕਹਿੰਦੇ ਅਚਰਜ ਹੋ ਗਿਆ ਮੈਂ ਕਿ ਬੰਦਾ ਇੰਨਾ ਗੁਲਾਮ ਆ, ਇੰਨਾ ਨੂੰ ਬੰਨਿਆ ਆਇਆ ਹੈ, ਔਰ ਇੰਨਾ ਇਹਦਾ ਬ੍ਰੇਨ ਵਾਸ਼ ਕੀਤਾ ਹੋਇਆ ਹੈ ਕਿ ਪਾਣੀ ਨੂੰ ਰਿੜਕੀ ਜਾਂਦਾ ਹੈ। ਇਹ ਸੋਚਦਾ ਹੈ ਕਿ ਪਾਣੀ ਰਿੜਕੇ ਮੈਨੂੰ ਸ਼ਾਇਦ ਮੱਖਣ ਮਿਲ ਜੂਗਾ, ਉਹ ਕਿੱਥੋਂ ਮਿਲੂਗਾ? ਹੈਰਾਨ ਹੋ ਗਏ ਨੇ ਚੀਜ਼ ਵੇਖ। ਹਾਂਜੀ ਨਿਜਲ ਸਰ। ਔਰ ਆਪਣਾ ਸਵਾਸ ਜਿਹੜਾ ਹੈਗੇ, ਆਪਣੇ ਕੀਮਤੀ ਸਵਾਸ, ਆਪਣਾ ਕੀਮਤੀ ਜੀਵਨ ਜਿਹੜਾ ਹੈਗਾ, ਉਹ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਅੱਗ ਲਾਈ ਜਾ ਰਿਹਾ ਹੈ। ਬਿਲਕੁਲ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਦੇਖ ਲਓ, ਆਪਾਂ ਜਰਾ ਵੀ ਕੇਅਰ ਨਹੀਂ ਕਰਦੇ, ਵੀ ਜਰਾ ਵੀ ਕਦੀ ਵਿਚਾਰਦੇ ਵੀ ਨਹੀਂ ਹੈ ਮੈਨੂੰ ਜਿਹੜਾ ਮੈਂ ਕੰਮ ਕਰੀ ਜਾ ਰਿਹਾ, ਇੰਨੇ ਸਾਲਾਂ ਤੋਂ ਕਰੀ ਜਾ ਰਿਹਾ, ਮੈਨੂੰ ਕੋਈ ਇਹਦੇ ਨਾਲ ਫਾਇਦਾ ਹੋਇਆ, ਮੈਨੂੰ ਕੋਈ ਚੜਾਈ ਹੋਈ, ਮੇਰਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਘਟਿਆ ਕੁਛ, ਮੇਰੇ ਅੰਦਰ ਜਿਹੜਾ ਹੈਗਾ ਲੋਕਾਂ ਨੂੰ ਮਾਫ ਕਰਨ ਦੀ ਬਿਰਤੀ ਆਈ, ਮੇਰੇ ਅੰਦਰ ਜਿਹੜਾ ਹੈਗਾ ਸਾਰਿਆਂ ਨੂੰ ਜਿਹੜਾ ਹੈਗਾ ਐਡਜਸਟ ਕਰਨ ਦਾ ਜਿਹੜਾ ਹੈਗਾ, ਸਾਰਿਆਂ ਦੇ ਨਾਲ ਚੱਲਣ ਦਾ ਮੇਰੇ ਅੰਦਰ ਆਇਆ ਕੋਈ ਮਾਦਾ? ਕੁਛ ਵੀ ਨਹੀਂ ਹੈ। ਫਿਰ ਵੀ ਆਪਾਂ ਜਿਹੜੇ ਹੈਗੇ ਆਪਾਂ ਆਪਣੇ ਆਪ ਨੂੰ ਹੀ ਧੋਖਾ ਦੇਈ ਜਾ ਰਹੇ ਹਾਂ ਭਾਈ। ਨਿੱਜਰ ਸਾਹਿਬ, ਬੰਦਾ ਪਤਾ ਕੀ ਆ ਕਿ ਬੰਦੇ ਨੂੰ ਇਹ ਨਹੀਂ ਪਤਾ ਲੱਗਣ ਦਿਆ ਕੋਈ ਮੂਰਖਾ, ਉਹ ਤੈਨੂੰ ਲੋਕ ਵਰਤਣ ਦੇ ਆ। ਹਾਂ, ਤੈਨੂੰ ਤੇ ਉਹਨਾਂ ਨੇ ਬਣਾਇਆ ਹੈ ਕਿ ਮੁਰਗੀ ਸੋਨੇ ਦੇ ਆਂਡੇ ਦੇਣ ਵਾਲੀ। ਬਾਹਰੋਂ ਤੈਨੂੰ ਬਦਲਣਾ ਚਾਹੁੰਦੇ ਨੇ, ਤੈਨੂੰ ਅੰਦਰੋਂ ਥੋੜੀ ਬਦਲਣਾ ਚਾਹੁੰਦੇ ਨੇ। ਅੰਦਰੋਂ ਵੀ ਤੁਸੀਂ ਬੈਠੇ ਨੇ, ਉਹ ਕਹਿੰਦੇ ਤੂੰ ਬਾਹਰੋਂ ਪਹਿਰਾਵਾ ਚੇਂਜ ਕਰ ਲਾ, ਤੂੰ ਏਦਾਂ ਕਰ ਕੀ ਆ, ਚਿੱਟੇ ਰੰਗ ਦਾ ਬੰਨ ਲਾ ਸਿਰ ਤੇ, ਆ ਕੱਪੜੇ ਵੀ ਚਿੱਟੇ ਕਰ ਲਾ। ਨਿਜਰ ਸਾਹਿਬ, ਇਹ ਤਾਂ ਦੁਨੀਆ ਕਰਦੀ ਹੈ। ਬਿਲਕੁਲ ਦੇਖੋਗੇ ਨਾ, ਖਾਸ ਕਿਸਮ ਦੀਆਂ ਪੱਗਾਂ ਮੈਂ ਵੇਖਦਾ ਲੋਕਾਂ ਦੀਆਂ ਵੱਖ ਵੱਖ, ਕੀ ਕਹਿੰਦੇ ਨੀਲਧਾਰੀਆਂ ਹੀ, ਨੀਲੇ ਰੰਗ ਦੇ ਪੰਨੇ। ਸਾਡੇ ਘਰ ਹੈਗੇ ਸੀ ਅੰਕਲ ਜੀ ਬਥੇਰੇ, ਮੈਂ ਵੀ ਦੇਖੇ ਵੀਰ ਜੀ। ਸਾਰੀ ਦੁਨੀਆ ਹੀ ਇਸ ਤਰ੍ਹਾਂ ਕਰ ਰਹੀ ਹੈ, ਆਪਾਂ ਕਿਸੇ ਨੂੰ ਕੀ ਕਹੀਏ। ਆਹ ਤੇ ਉਹ ਮਤਲਬ ਕਹਿਣ ਤੋਂ ਭਾਵ ਕਿ ਤੁਹਾਡੀ ਯੂਨੀਫਾਰਮ ਤੁਹਾਨੂੰ ਦੇਣਾ ਚਾਹੁੰਦੇ। ਯੂਨੀਫਾਰਮ ਦਾ ਮਤਲਬ ਇਹ ਹੁੰਦਾ ਕਿ ਥੋੜਾ ਜਿਹਾ ਉਹਨਾਂ ਦਾ ਹਿੱਸਾ ਬਣ ਜਾਓਗੇ, ਤੁਸੀਂ ਉਹਨਾਂ ਨਾਲ ਲੜੋਗੇ। ਪਰ ਅਸਲ ਦੇ ਵਿੱਚ ਪ੍ਰਾਪਤੀ ਕੀ ਹੋ ਰਹੀ ਹੈ? ਬਾਣੀ ਉਹ ਕਹਿ ਰਹੀ ਹੈ ਕਿ ਤੂੰ ਪਾਣੀ ਨਾਲ ਰਿੜਕ, ਇਹ ਨਾ ਹੋਵੇ ਕਿ ਸਮਾਂ ਬਰਬਾਦ ਕਰ। ਠੀਕ ਹੈ ਨਾ ਜੀ ਸਰ? ਹਰੀ ਅੰਗੂਰੀ ਗਧਾ ਚਰੈ, ਰਹਾਉ ਤੋਂ ਬਾਅਦ ਦੀ ਪੰਕਤੀ ਹੈ, ਹਰੀ ਅੰਗੂਰੀ ਗਧਾ ਚਰੈ। ਕਹਿੰਦੇ ਖੋਤੇ ਵਾਂਗੂ ਜਿਹੜਾ, ਜਿਵੇਂ ਖੋਤਾ ਜਿਹੜਾ ਹੁੰਦਾ ਹੈ, ਬਸ ਮਾੜਾ ਜਿਹਾ ਘਾਹ ਮਿਲ ਗਿਆ ਕਿਤੇ, ਉੱਥੇ ਹੀ ਜਾ ਕੇ ਜਿਹੜਾ ਹੈਗਾ ਚਰਨ ਲੱਗ ਜਾਂਦਾ ਹੈ। ਕਹਿੰਦੇ ਇਸ ਤਰੀਕੇ ਦੇ ਨਾਲ ਨਵੇਂ ਵਿਸ਼ੇ ਵਿਕਾਰ ਜਿਹੜੇ ਹੈਗੇ ਆ, ਉਹਨਾਂ ਨੂੰ ਬਾਰ ਇਨਸਾਨ ਜਿਹੜਾ ਹੈਗਾ ਮਨ ਦੇ ਪਿੱਛੇ ਲੱਗ ਕੇ ਆਹੀ ਕੁਛ ਕਰੀ ਜਾ ਰਿਹਾ ਹੈ। ਔਰ ਨਿਤ ਉੱਠ ਹਾਸੇ ਹੀਂਗੇ ਮਾਰੇ, ਨਿਤ ਜਿਹੜਾ ਹੈਗਾ ਨਿਤ ਦਾ ਕੰਮ ਆ, ਇਹੀ ਡੇਲੀ ਰੂਟੀਨ ਹੈਗਾ, ਜਰਾ ਵੀ ਉਹਦੇ ਚ ਪਰਿਵਰਤਨ ਨਹੀਂ ਆਉਂਦਾ। ਮਾੜਾ ਜਿਹਾ ਜਿਹੜਾ ਹਾ ਹੂ ਕਰਕੇ ਔਰ ਜਿਹੜਾ ਹੈਗਾ ਹੱਸਦਾ ਹੈ ਔਰ ਹਿੰਨ ਆਉਂਦਾ ਹੈ, ਤੇ ਬਾਅਦ ਚ ਜਿਹੜਾ ਹੈਗਾ ਬਸ ਮਰ ਜਾਂਦਾ, ਦਿਨ ਖਤਮ ਹੋ ਜਾਂਦਾ ਹੈ। ਔਰ ਇਸੇ ਤਰੀਕੇ ਨਾਲ ਜੀਵਨ ਹੀ ਖਤਮ ਹੋ ਜਾਂਦਾ ਹੈ। ਔਰ ਕਿੰਨੇ ਕੁ ਜਨਮ ਜਿਹੜੇ, ਕਿੰਨਾ ਕੁ ਜੀਵਨ ਜਿਹੜਾ ਇਨਸਾਨ ਨੇ ਬਰਬਾਦ ਕੀਤੇ ਆ। ਹਾਂਜੀ ਵੀਰ ਜੀ। ਹਾਂਜੀ, ਇਹ ਤੇ ਹਰੀ ਅੰਗੂਰੀ ਦਾ ਮਤਲਬ ਇਹ ਹੋਈ ਭੋਗ ਵਿਲਾਸ। ਬਿਲਕੁਲ, ਬੜੇ ਉਹ ਹਰੀ ਨੇ, ਹਰੀ ਅੰਗੂਰੀ ਮਤਲਬ ਕਿ ਬੜੇ ਵਧੀਆ। ਉਹ ਤੇਰੇ ਵੇਖੋ ਨਾ, ਜਾਨਵਰ ਹਰਿਆ ਘਾਹ ਖਾਂਦੇ ਆ, ਬੜਾ ਚੰਗਾ ਲੱਗਦਾ ਉਹਨਾਂ ਨੂੰ। ਉਸੇ ਤਰ੍ਹਾਂ ਕਹਿੰਦੇ ਕਿ ਜਿੱਦਾਂ ਗਧਾ ਹੈ, ਗਧਾ ਉਹ ਇਨਸਾਨ ਸਾਨੂੰ ਕਹਿੰਦੇ ਨੇ, ਉਹ ਜਿੱਦਾਂ ਕਿ ਗਧਾ ਹਰੀ ਅੰਗੂਰੀ ਖਾਂਦਾ ਹੈ ਨਾ, ਫਿਰ ਹੀਂਗਦਾ ਹੈ, ਤੇ ਉਹ ਇਹ ਦੰਦ ਜੇ ਵੀ ਕੱਢਦਾ ਵਾ। ਉਸੇ ਤਰ੍ਹਾਂ ਹੀ ਕਰਦੇ ਆ, ਭੋਗਾਂ ਨੂੰ ਭੋਗਦੇ ਆ, ਬੜੇ ਖੁਸ਼ ਹੁੰਦੇ ਆ, ਬੜਕਾਂ ਮਾਰਦੇ ਆ, ਫਿਰ ਹੁੰਦਾ ਹੈ। ਇਸੇ ਤਰ੍ਹਾਂ ਹੀ ਜੀਵਨ ਸਾਡਾ ਉਹ ਖਤਮ ਹੁੰਦਾ ਜਾਂਦਾ ਹੈ।
ਉਸ ਚੀਜ਼ ਦੇ ਵਿੱਚ ਆਪਣਾ ਸਾਰਾ ਸਮਾਂ ਹੀ ਲਗਾ ਦਿੰਦੇ ਹਾਂ ਜਿੱਥੇ ਸਾਨੂੰ ਪ੍ਰਾਪਤੀ ਕੁਝ ਨਹੀਂ ਹੁੰਦੀ। ਕੇਵਲ ਜਿਹੜੇ ਤੁਸੀਂ ਭੋਗਾਂ ਨੂੰ ਭੋਗਦੇ ਜੋ ਨਾ, ਇੱਕ ਸਮਾਂ ਆਊਗਾ ਉਹਨਾਂ ਭੋਗਾਂ ਨੇ ਤੁਹਾਡੇ ਗੜੀ ਆ ਕੇ ਖਲੋ ਜਾਣਾ ਹੈ ਕੰਧ ਵਾਂਗ। ਤੁਸੀਂ ਮੇਰੀ ਗੱਲ ਯਾਦ ਰੱਖ ਲੈਣੀ, ਜੋ ਵੀ ਤੁਸੀਂ ਭੋਗ ਭੋਗੇ ਹੈ ਨਾ, ਇਹ ਤੇ ਭਗਤੀ ਤੁਹਾਨੂੰ ਮਾਫ ਕਰਦੇ ਤੋਂ ਵਕਤੀ ਗੱਲ ਆ, ਪਰ ਉਹ ਯਥਾਰਥ ਚੀਜ਼ ਤੁਹਾਡੇ ਸਾਹਮਣੇ ਆਉਣੀ ਹੈ ਨਿੱਜਰ ਸਾਹਿਬ, ਉਹਨੇ ਖਲੋਣਾ ਤੁਹਾਡੇ ਗਾੜੀ ਕੰਧ ਵਾਂਗੂ। ਮਰਨ ਤੋਂ ਬਾਅਦ ਤੇ ਬੰਦਾ ਭੋਗਦਾ ਹੀ ਭੋਗਦਾ, ਪਰ ਜਿਉਂਦੇ ਵੀ ਨਿੱਜਰ ਸਾਹਿਬ ਚੀਜ਼ਾਂ ਸਾਹਮਣੇ ਆ ਜਾਂਦੀਆਂ, ਉਹ ਬਹੁਤ ਚੀਜ਼ਾਂ ਜਿਹੜੀਆਂ ਖਤਰਨਾਕ ਨੇ। ਕਾਫੀ ਹੱਦ ਤੱਕ ਜਿਹੜੀ ਬੰਦੇ ਦੇ ਆਖਰ ਸਮੇਂ ਤੱਕ ਉਹ ਚੀਜ਼ਾਂ ਪ੍ਰਗਟ ਹੁੰਦੀਆਂ ਨੇ। ਤੇ ਜਿਹੜੇ ਕਰਮ ਹੁੰਦੇ, ਕਰਮਾਂ ਨੂੰ ਨਸ਼ਟ ਕਰਨਾ ਆਸਾਨ ਨਹੀਂ ਹੁੰਦਾ, ਬੜਾ ਔਖਾ ਹੁੰਦਾ। ਇਹ ਤੇ ਭਗਤੀ ਹੀ ਇੱਕ ਐਸੀ ਵਿਧੀ ਹੈ ਜਿਹਦੇ ਨਾਲ ਜਿਹੜੀ ਸਾਨੂੰ ਉਹ ਚੀਜ਼ਾਂ ਤੋਂ ਮੁਕਤੀ ਮਿਲ ਜਾਂਦੀ ਹੈ। ਔਰ ਲਾਗੇ ਬੰਨੇ ਵੇਖੋਗੇ ਤੁਹਾਡੇ ਲਾਗੇ ਬੰਨੇ ਲੋਕ ਦਿਖਣਗੇ ਵੀ। ਹਾਂਜੀ ਨਿੱਜਰ ਸਾਹਿਬ ਅੱਗੇ ਚਲੀਏ। ਹਾਂਜੀ ਭਾਜੀ ਨੂੰ ਮਰਜ਼ੀ ਹੋਰ ਐਕਸਪਲੇਨ ਕਰਿਓ। ਹਾਂਜੀ ਹਰੀ ਅੰਗੂਰੀ ਇਹਨੂੰ ਮਰਜ਼ੀ ਹੋਰ ਐਕਸਪਲੇਨ ਕਰਿਓ। ਹਰੀ ਭਾਈ ਨੇ ਕਹਿ ਰਹੇ ਮਤਲਬ ਜਿਹੜਾ ਹਰੀ ਅੰਗੂਰੀ ਦੇ ਸਾਹਮਣੇ ਕਰਦੇ ਤੇ ਖੜੇ ਹੋ ਜਾਂਦੇ ਆ। ਹਾਂ, ਜਿੱਦਾਂ ਆਪਾਂ ਕੋਈ ਮਤਲਬ ਕੋਈ ਆਪਾਂ ਉਗਣ ਕਰਦੇ ਆ ਨਾ, ਜਿਹੜਾ ਵੀ ਕੋਈ ਵੀ ਉਗਣ ਹੈ, ਵਿਸ਼ੇ ਭੋਗਦੇ ਆ, ਆਪਾਂ ਵਿਸ਼ੇ ਦੀ ਗੱਲ ਕਰਦੇ, ਹਰੀ ਅੰਗੂਰੀ ਦੀ ਗੱਲ ਕਰਦੇ ਆ ਕਿ ਜਦੋਂ ਆਪਾਂ ਅੰਗੂਰੀ ਖਾਂਦੇ ਆ ਨਾ, ਜਿਹੜੇ ਵਰਜਿਤ ਨੇ, ਜਿਹੜੇ ਤੁਸੀਂ ਮਾਈਕ ਬੰਦ ਕਰ ਦਿਓ ਵੀਰ ਜੀ, ਜਿਹੜੀਆਂ ਚੀਜ਼ਾਂ ਵਰਜਿਤ ਨੇ, ਜਿਹੜੀਆਂ ਚੀਜ਼ਾਂ ਚਾਹੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਆਪਾਂ ਇਹਨਾਂ ਚੀਜ਼ਾਂ ਨੇ ਇਹ ਵਰਜਿਤ ਨੇ ਬਾਣੀ ਦੇ ਵਿੱਚ। ਜਦੋਂ ਆਪਾਂ ਭੋਗ ਨੂੰ, ਕਿਸੇ ਵੀ ਭੋਗ ਨੂੰ ਭੋਗਦੇ ਹਾਂ, ਜਿਹੜਾ ਭੋਗ ਮਨਾਹੀ ਹੈ, ਸਮਾਜ ਵੀ ਮਨਾ ਕਰਦਾ ਹੈ ਤੇ ਗ੍ਰੰਥਾਂ 'ਚ ਵੀ ਮਨਾਹੀ ਹੈਗੀ ਹੈ। ਔਰ ਜਦੋਂ ਉਹਨਾਂ ਭੋਗਾਂ ਨੂੰ ਭੋਗੀ ਜਾਂਦੇ ਆ ਤੇ ਦੇਖੋ ਕਈਆਂ ਲੋਕਾਂ ਦੇ ਸਰੀਰ ਗਲ ਜਾਂਦੇ ਆ ਇਹ ਬਿਮਾਰੀਆਂ ਦੇ ਨਾਲ। ਇਸੇ ਹੀ ਤਰ੍ਹਾਂ ਜਿੱਦਾਂ ਉਹਦੇ ਨਾਲ ਵੀ ਸਾਡੇ ਸਰੀਰ ਦੇ ਵਿੱਚ ਜਿਹੜਾ ਹੈ ਨਾ, ਸਾਡੇ ਸਰੀਰ 'ਚ ਔਗਣ ਪ੍ਰਗਟ ਹੁੰਦੀ, ਹੌਲੀ ਹੌਲੀ ਹੁੰਦੀ ਹੈ, ਸਲੋ ਪ੍ਰੋਸੈਸ ਹੁੰਦਾ ਵਾ। ਇੱਕ ਸਮਾਂ ਆਊਗਾ ਤੁਸੀਂ ਦੇਖੋਗੇ ਉਹ ਜਿਹੜੀ ਚੀਜ਼ ਹੈ ਨਾ ਤੁਹਾਡੇ ਆਣ, ਚਲੋ ਤੁਹਾਡੇ ਨਾਲ ਤੇ ਚਲੋ ਹੁਣ ਤੁਸੀਂ ਭਗਤੀ ਕਰਦੇ ਜਦੋਂ ਪ੍ਰਮਾਤਮਾ ਤੁਹਾਨੂੰ ਮਾਫ ਕਰ ਦੇਗਾ, ਬਾਕੀ ਸਧਾਰਨ ਬੰਦਾ ਵੇਖੋਗੇ ਨਾ ਤੇ ਸਾਹਮਣੇ ਪ੍ਰਗਟ ਹੋਣੀ ਉਹ ਚੀਜ਼। ਤੁਸੀਂ ਲਾਗੇ ਬੰਨੇ ਵੇਖ ਲਓ, ਤੁਹਾਡੇ ਬੰਨੇ ਇੱਥੇ ਕਈ ਬੰਦੇ ਨੇ ਵੇਖੋ ਜਿਹਨੇ ਚੰਮ ਦੀਆਂ ਚਲਾਈਆਂ ਹੋਣਗੀਆਂ, ਉਹਦਾ ਇੱਕ ਟਾਈਮ ਆਊਗਾ ਉਸ ਬੰਦੇ ਨੂੰ ਉਹ ਚੀਜ਼ ਕਾਫੀ ਹੱਦ ਤੱਕ ਇੱਥੇ ਭੋਗਣੀ ਪੈਂਦੀ ਹੈ। ਇੱਕਦਮ ਨਹੀਂ ਬੰਦਾ ਮੁਕਤ ਹੋ ਜਾਂਦਾ ਹੈ। ਉਹ ਚਿੰਤਾ ਦੀ ਪਲਾਸ ਆ ਗੋਰਖੀ ਸਾਹਿਬ, ਚਿੰਤਾ ਦੀ ਪਲਾਸ ਹੈ। ਜਿੰਨੇ ਆਪਾਂ ਨੇ ਪਾਪ ਕੀਤੇ ਹੋਏ ਆ, ਇਹ ਭੋਗ ਜਿਹੜੇ ਹੈਗੇ, ਮਨ ਤਾਂ ਕਹਿੰਦਾ ਕਿ ਹੁੱਕ ਐਂਡ ਕਰੁੱਕ ਮੈਨੂੰ ਚਾਹੀਦਾ, ਤੇ ਜਿੰਨੇ ਵੀ ਪਾਪ ਕੀਤੇ ਆ ਕਹਿੰਦੇ ਉਹ ਜਿਹੜੀ ਹੈਗੀ ਚਿੰਤਾ ਦੀ ਪਲਾਸ ਆ। ਉਹਨੇ ਚਿੰਤਾ ਨੇ ਤੁਹਾਨੂੰ ਸਾਹਮਣੇ ਲਿਆਉਣਾ, ਜੋ ਪਾਪ ਕੀਤੇ ਆ ਛੱਡਣਾ ਥੋੜੀ ਨਾ ਉਹਨਾਂ ਨੇ ਵਾਰ-ਵਾਰ ਤੁਹਾਡੇ ਅੰਦਰ ਚਿੰਤਾ ਖਾਈ ਜਾਣੀ ਆ ਉਹਨਾਂ ਨੇ। ਨਿੱਜਰ ਸਾਹਿਬ ਉਹ ਚਿੱਤ 'ਚ ਘੁੰਮਦੀਆਂ ਨੇ। ਹੁਣ ਮੈਂ ਆਪ ਜੀ ਨੂੰ ਇੱਕ ਗੱਲ ਦੱਸਦਾ, ਤੁਹਾਨੂੰ ਸ਼ਾਇਦ ਮੈਂ ਪਹਿਲਾਂ ਵੀ ਦੱਸੀ ਗੱਲ। ਇੱਕ ਮੋਰਿਸ ਅਰਬੀ ਬੰਦਾ, ਸੁਪਰੀਟੈਂਡੈਂਟ, ਉਹ ਅਮਰੀਕਾ 'ਚ ਰਹਿੰਦਾ ਸੀ, ਹੈ ਅਰਬੀ ਆ ਬੰਦਾ, ਅਰਬ ਦਾ ਬੰਦਾ। ਉਸ ਬੰਦੇ ਨੇ ਕੀ ਕੀਤਾ ਕਿ ਬੜੇ ਬੰਦਿਆਂ ਦੀ ਨਿੱਜਰ ਸਾਹਿਬ ਨੌਕਰੀਆਂ ਖੋਲੀਆਂ। ਇੱਕ ਕੰਪਨੀ 'ਚ ਕੰਮ ਕਰਦਾ ਸੀ, ਉੱਥੇ 2000 ਬੰਦਾ ਕੰਮ ਕਰਦਾ ਸੀ, ਤੇ ਹਰ ਸਾਲ 2-4 ਬੰਦਿਆਂ ਨੂੰ ਘਰੇ ਭੇਜ ਦਿੰਦਾ ਸੀ, ਫਾਈਨਲ ਕਰਕੇ ਟਰਮੀਨੇਟ ਕਰ ਦਿੰਦਾ। ਮੁੜ ਕੇ ਉਹ ਜ਼ਿੰਦਗੀ ਦੇ ਵਿੱਚ ਉਹਨੇ ਨਾ ਬੜੀ ਉਹ ਕੀ ਕਹਿੰਦੇ ਮਾਲਾ ਬਹੁਤ ਫੇਰੀ। ਉਹਦੇ ਫਿਰ ਦਾਦਾ ਵੀ ਸੀ ਸਾਨੂੰ, ਕਹਿੰਦਾ ਕਿ ਮੈਂ ਬਹੁਤ ਵੱਡੇ ਪਾਪ, ਮੈਂ ਤੇ ਕੀ ਹੋਇਆ ਤੁਹਾਡੇ? ਕਹਿੰਦਾ ਮੈਂ ਕਈਆਂ ਦੀ ਨੌਕਰੀਆਂ ਖੋਲੀਆਂ। ਸਭ ਬੰਦਾ ਮੁੜ ਕੇ ਪਛਤਾਉਂਦਾ ਵਾ, ਉਹ ਚਿੰਤਾ ਹੀ ਸਤਾਉਂਦੀ ਉਹਨੂੰ, ਹੋਰ ਕੀ ਕਿਨੇ ਮਾਰਨ ਥੋੜੀ ਹੋਣਾ ਇਹਨੂੰ ਕਿ ਤੂੰ ਨੌਕਰੀਆਂ ਖੋਲੀਆਂ। ਪਰ ਉਹ ਕਹਿੰਦਾ ਕਿ ਮੈਂ ਉਹ ਗੁਨਾਹ ਜਿਹੜੇ ਕੀਤੇ ਆ ਨਾ ਉਹ ਬਹੁਤੇ ਮਾੜੇ, ਉਹਦਾ ਮੈਂ ਜੋ ਚਾਹਾਂ ਤੇ ਮੈਨੂੰ ਹੋਸ਼ ਨਹੀਂ ਸੀ। ਨਿੱਜਰ ਸਾਹਿਬ ਏਦਾਂ ਹੀ ਕਰਦਾ ਬੰਦਾ, ਜਦੋਂ ਬੰਦੇ ਦੀ ਜਵਾਨੀ ਹੁੰਦੀ ਹੈ ਨਾ, ਉਹ ਮਸਤਾਨੀ ਹੁੰਦੀ ਆ ਤੇ ਉਹ ਪਰਵਾਹ ਨਹੀਂ ਕਰਦਾ। ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀ। ਇੱਕ ਨਾ ਗੋਰਖੀ ਸਾਹਿਬ ਇਹਦੇ ਵਿੱਚ ਨਾ ਇੱਕ ਦੇਖੋ ਨੈਟ ਦੇ ਉੱਤੇ ਸਰਚ ਕਰ ਲੈਣਾ, ਇੱਕ ਜਿਹੜਾ ਸਭ ਤੋਂ ਵਧੀਆ ਜਿਹੜੀ ਪੇਂਟਿੰਗ ਹੈਗੀ ਹੈ ਜਾਂ ਚਿੱਤਰ ਜਿਹੜੀ ਹੈ ਫੋਟੋਗ੍ਰਾਫੀ ਹੈਗੀ ਆ, ਉਹ ਫੋਟੋਗ੍ਰਾਫਰ ਨੇ ਜਿਹੜਾ ਹੈ ਅਫਰੀਕਾ ਵਗੈਰਾ ਜਿੱਥੇ ਜੀ ਭੁੱਖਮਰੀ ਹੈਗੀ, ਇੱਕ ਬੱਚੀ ਦੀ ਫੋਟੋ ਲਈ ਆ, ਉਹਦੇ ਨੇੜੇ ਗਿੱਧ ਜਿਹੜਾ ਹੈਗਾ ਬੈਠੀ ਹੋਈ ਗਿੱਧ, ਔਰ ਬੱਚੀ ਮਰ ਰਹੀ ਹੈ ਪੂਰੀ ਝੁੱਕ ਕੇ, ਬਿਲਕੁਲ ਭੁੱਖ ਦੇ ਨਾਲ ਮਰ ਰਹੀ ਹੈ, ਔਰ ਇਹਨੇ ਉਹ ਫੋਟੋਗ੍ਰਾਫ ਲੈ ਲਈ। ਤੇ ਫੋਟੋਗ੍ਰਾਫ ਲੈ ਕੇ ਜਿਹੜਾ ਹੈਗਾ ਇਹਦਾ ਪਲੇਨ ਸੀਗਾ, ਆਪਣਾ ਪਲੇਨ ਫੜ ਕੇ ਤੇ ਆ ਗਿਆ, ਤੇ ਇਹਨੂੰ ਉਸ ਫੋਟੋ ਤੇ ਫਸਟ ਜਿਹੜਾ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਫੋਟੋ ਦਾ ਇਹਨੂੰ ਇਨਾਮ ਮਿਲਿਆ। ਤੇ ਇਹਨੂੰ ਕਿਸੇ ਨੇ ਜਿਹੜਾ ਹੈਗਾ ਇਹਨੂੰ ਕਮੈਂਟ ਪਾਈ ਬਈ, ਇਹਨੂੰ ਪੁੱਛਿਆ ਬਈ ਜਿਹੜਾ ਉੱਥੇ ਕਿੰਨੇ ਗਿੱਧ ਸੀਗੇ,
ਤੇ ਕਹਿੰਦਾ ਇੱਕ ਗਿੱਧ ਸੀਗਾ। ਨਹੀਂ ਕਹਿੰਦਾ 2 ਗਿੱਧ ਸੀਗੇ। ਇੱਕ ਗਿੱਧ ਸੀਗਾ ਉਹਦੇ ਹੱਥ ਦੇ ਵਿੱਚ ਕੈਮਰਾ ਸੀਗਾ, 2 ਗਿੱਧ ਸੀਗੇ। ਤੇ ਬਸ ਇੰਨੀ ਗੱਲ ਇਹਨੂੰ ਸਮਝ ਆ ਗਈ ਬਈ ਮੈਂ ਜਿਹੜਾ ਸੀ ਬਚਾ ਸਕਦਾ। ਕਹਿੰਦੇ ਮੇਰਾ ਜਿਹੜਾ ਸੀ, ਮੇਰੀ ਫਲਾਈਟ ਮਿਸ ਹੋ ਰਹੀ ਸੀ। ਕਿਸੇ ਨੇ ਪੁੱਛਿਆ ਵੀ ਤਾਂ ਤੂੰ ਮਦਦ ਕਿਉਂ ਨਹੀਂ ਕੀਤੀ? ਕਹਿੰਦੇ ਮੇਰੀ ਫਲਾਈਟ ਮਿਸ ਹੋ ਰਹੀ ਸੀ। ਕਹਿੰਦੇ ਬਸ ਦੂਜੇ ਨੇ ਕਿਹਾ, ਕਹਿੰਦਾ ਕਿ 2 ਗਿੱਧ ਸੀਗੇ ਭਾਈ, ਇੱਕ ਕੈਮਰੇ ਵਾਲਾ ਵੀ ਗਿੱਧ ਸੀਗਾ, ਤੇ ਇਹ ਬੰਦਾ ਥੋੜੇ ਦਿਨਾਂ ਦੇ ਵਿੱਚ ਹੀ ਸੁਸਾਈਡ ਕਰ ਗਿਆ। ਨਿੱਜਰ ਸਾਹਿਬ, ਤੁਹਾਨੂੰ ਮੈਂ ਇੱਕ ਹੋਰ ਗੱਲ ਸੁਣਾਉਣਾ। ਹੁਣ 4-5 ਦਿਨ ਮੈਂ ਇੱਥੇ ਨਾ ਸਿਰ ਦੇ ਟ੍ਰੀਟਮੈਂਟ ਜੀ ਲੈਣ ਗਿਆ, ਤੇ ਉੱਥੇ ਮੈਂ ਨਾ ਕੋਹਲੀ ਰਵਿੰਦਰ ਕੋਹਲੀ ਹੈਗਾ ਵਾ ਕ੍ਰਿਕਟ ਦਾ ਖਿਡਾਰੀ। ਹਾਂਜੀ। ਉਹ ਐਡਵਰਟਾਈਜ਼ਮੈਂਟ ਕਰ ਰਿਹਾ ਬੱਚਿਆਂ ਨੂੰ ਕਿ ਮੋਬਾਈਲ ਤੇ ਕੋਈ ਗੇਮ ਜੀ ਹੈਗੀ, ਉਹਦੀ ਪ੍ਰਮੋਸ਼ਨ ਕਰਨ ਦਿਆ। ਮੈਂ ਕਿਹਾ ਕਿ ਮੈਂ ਪਰਮਾਤਮਾ ਇੰਨਾ ਪੈਸਾ ਇਹ ਕੋਲ ਆਲਰੇਡੀ ਹੈਗਾ, ਇਹ ਬੰਦਾ ਬੇਸ਼ਰਮ ਨਹੀਂ ਹੈਗਾ। ਜਿਹੜੇ ਬੱਚਿਆਂ ਨੂੰ ਕਹਿੰਦਾ ਕਿ ਮੋਬਾਈਲ ਤੇ ਗੇਮਾਂ ਖੇਡੋ, ਇਹਦੇ ਨਾਲ ਚੰਗਾ ਸੀ ਇਹਨੂੰ ਚਾਹੀਦਾ ਸੀ ਕਿ ਬਈ ਕ੍ਰਿਕਟ ਮੈਦਾਨ 'ਚ ਖੇਡੋ ਜਾਂ ਫੁੱਟਬਾਲ ਖੇਡੋ, ਗਰਾਊਂਡ 'ਚ ਖੇਡੋ। ਇਹ ਬੰਦਾ ਇੰਨਾ ਦਰਿੱਦਰ, ਤੂੰ ਪੈਸੇ ਦੇ ਲਈ ਇਹ ਕੀ ਬੱਚਿਆਂ ਨੂੰ ਦੇ ਰਿਹਾ। ਔਰ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਹੋਰ ਗੱਲ ਸੁਣਾਉਣਾ ਸਾਧ ਸੰਗਤ ਜੀ। ਇੱਕ ਬੰਦੇ ਨੇ ਗੇਮ ਬਣਾਈ, ਪਤਾ ਨਹੀਂ ਨਾਂ ਕੀ ਸੀ ਉਹਦਾ। ਉਸ ਬੰਦੇ ਨੂੰ ਕੀ ਹੋਇਆ ਕਿ ਬੜਾ ਪੈਸਾ ਇਕੱਠਾ ਕਰ ਲਿਆ, ਬੜਾ ਅਮੀਰ ਬਣ ਗਿਆ। ਫਿਰ ਉਹਨੇ ਇੱਕ ਬੰਦੇ ਨੇ ਉਹਨੂੰ ਮੈਸੇਜ ਕੀਤਾ ਕਿ ਤੂੰ ਐਸੀ ਗੇਮ ਬਣਾਈ ਆ ਕਿ ਮੇਰਾ ਜੀਵਨ ਹਰਾਮ ਕਰਤਾ, ਮੈਂ ਤੈਨੂੰ ਮਾਫ਼ ਨਹੀਂ ਕਰਾਂਗਾ। ਤੁਹਾਡੀ ਆਵਾਜ਼ ਬੰਦ ਹੋ ਗਈ ਜੀ। ਹਾਂ, ਉਹ ਜੇ ਫੋਨ ਵੀ ਕਰ ਲਿਆ। ਉਸ ਬੰਦੇ ਨੇ ਕੀ ਕੀਤਾ, ਅਗਲੇ ਦਿਨ ਉੱਠਿਆ, ਉਹਨੇ ਉਹ ਸਟੋਰ ਚੋਂ ਜਾ ਕੇ ਆਪਣੀ ਗੇਮ ਡਿਲੀਟ ਕਰਤੀ। ਨਿੱਜਰ ਸਾਹਿਬ ਬੰਦੇ ਨੇ ਉਹ ਬਾਅਦ ਚ ਪਤਾ ਨੀ ਕਿੱਥੇ ਚੱਲ ਗਿਆ। ਕਹਿੰਦਾ ਉਹਨੂੰ ਇੰਨੀ ਨਮੋਸ਼ੀ ਆਈ ਕਿ ਮੈਂ ਇੱਕ ਐਸੀ ਚੀਜ਼ ਬਣਾਈ ਕਿ ਕਈਆਂ ਦੇ ਘਰ ਹੀ ਬਰਬਾਦ ਕਰਦੇ, ਮੈਂ ਲੋਕਾਂ ਨੂੰ ਹੈਬਿਟ ਲਾਤੀ। ਇਹ ਚੀਜ਼ ਦੀ ਕਮੀ ਹੈ ਨਿੱਜਰ ਸਾਹਿਬ। ਖਾਸ ਸੰਗਤ ਜੀ, ਇੱਕ ਗੱਲ ਯਾਦ ਰੱਖਣੀ, ਇੱਕ ਵੀ ਜਿਹੜਾ ਕਮਾਉਣਾ ਹੈ ਨਾ, ਕੋਸ਼ਿਸ਼ ਕਰਿਆ ਕਰੋ ਸੋਚਾ ਦੇ ਕਮਾਇਆ ਕਰੋ। ਇਹ ਜਿਹੜਾ ਮਰੀਜ਼ ਹੁੰਦਾ ਇੱਧਰ ਉੱਧਰ ਜਿਹੜਾ ਹੁੰਦਾ ਨਾ, ਉਹ ਚੰਗਾ ਨਹੀਂ ਹੁੰਦਾ। ਕੋਈ ਇਹ ਹੈ ਤੇ ਔਖਾ ਕੰਮ ਆ, ਪਰ ਕੋਸ਼ਿਸ਼ ਕਰਿਆ ਕਰੋ ਸੋਚਾ ਦੇ ਕਮਾਓ, ਤਾਂ ਜੋ ਉਹ ਸਾਨੂੰ ਚੰਗੀ ਜ਼ਿੰਦਗੀ ਦੇਵੇ। ਤੇ ਕਈ ਵਾਰੀ ਜ਼ਿੰਦਗੀ ਜਿਹੜਾ ਹੁੰਦਾ ਨਾ, ਪੈਸਾ ਵੀ ਚੰਗਾ ਨਹੀਂ ਹੁੰਦਾ। ਕੋਸ਼ਿਸ਼ ਕਰਿਆ ਕਰੋ, ਨਹੀਂ ਚੰਗਾ ਹੈਗਾ ਤੇ ਅਰਦਾਸ ਕਰੋ ਪਰਮਾਤਮਾ ਦੇ ਗਾੜੀ ਕਿ ਮੇਰੇ ਪਿਤਾ ਮੈਨੂੰ ਸੁਥਰਾ ਰਿਜ਼ਕ ਦੇ, ਤੂੰ ਮੈਨੂੰ ਐਸਾ ਮਾੜਾ ਕੰਮ ਨਾ ਕਰਨਾ। ਹਾਂਜੀ ਨਿੱਜਰ ਸਾਹਿਬ, ਕਥਾ ਦੇ ਹਾਂਜੀ। ਮਾਤਾ ਪੈਸਾ ਅਮੂਹਾ ਜਾਏ। ਕਹਿੰਦੇ ਪ੍ਰੋਬਲਮ ਕੀ ਹੈਗੀ? ਕਹਿੰਦੇ ਇਹ ਝੋਟਾ ਜਿਹੜਾ ਹੈਗਾ ਨਾ, ਤੇਰਾ ਮਨ ਜਿਹੜਾ ਹੈਗਾ ਇਹ ਮੱਤਿਆ ਹੋਇਆ ਆ, ਨਹੀਂ ਸੁਣਦਾ ਕਿਸੇ ਦੀ ਗੱਲ। ਅਮੂਹਾ ਕਹਿੰਦੇ ਜਿੱਧਰ ਨੂੰ ਮੂੰਹ ਕਰਦਾ ਹੈ ਉਧਰ ਨੂੰ ਜਾਂਦਾ ਹੈ ਭਾਈ। ਜਿੱਧਰ ਨੂੰ ਜੀ ਕਰਦਾ ਹੈ, ਜੋ ਚੀਜ਼ ਚਾਹੀਦੀ ਹੈ ਇਹਨੂੰ ਉਹ ਚੀਜ਼ ਲੈਂਦਾ ਹੈ। ਮਾਤਾ ਭੈਂਸਾ ਅਮੂਹਾ ਜਾਏ। ਕਿਸੇ ਜਿਹੜੀ ਹੈਗੀ ਲੀਹ ਦੇ ਵਿੱਚ ਨਹੀਂ ਤੁਰ ਰਿਹਾ ਹੈ। ਮਾਤਾ ਭੈਂਸਾ ਅਮੂਹਾ ਜਾਏ, ਕੁੱਦ ਚਾਰੇ ਰਸਾ ਤਲ ਪਾਏ। ਕਹਿੰਦੇ ਟੱਪ ਕੇ ਸਵਾਦ ਭੋਗ ਰਿਹਾ ਆ, ਔਰ ਜਿਹੜਾ ਹੈਗਾ ਇਹਦਾ ਰਿਜ਼ਲਟ ਕੀ ਹੋ ਰਿਹਾ ਕਿ ਜਾ ਕੇ ਨਰਕਾਂ ਦੇ ਵਿੱਚ ਜਾ ਰਿਹਾ ਹੈ। ਹਾਂਜੀ ਵੀਰ ਜੀ। ਹਾਂਜੀ, ਬਿਲਕੁਲ ਠੀਕ ਹੈ ਸਾਧ ਸੰਗਤ ਜੀ। ਮਾਤਾ ਭੈਂਸਾ ਸਾਡੇ ਲਾਗੇ ਹੈਗੇ ਸੀ, ਤੇ ਭੈਂਸੇ ਲੜਦੇ ਹੋਣ ਨਾ ਤੇ ਕਹਿੰਦੇ ਉੱਥੇ ਲਾਗੇ ਨਾ ਜਾਓ, ਦੂਰੋਂ ਨਿਕਲ ਜਾਓ। ਇਹ ਭੈਂਸਾ ਏਡਾ ਬਦਦਮਾਗ ਜਾਨਵਰ ਆ, ਜਿਹਦੇ ਨੂੰ ਗੁੱਸਾ ਚੜ ਜੇ ਨਾ, ਇਹ ਨਹੀਂ ਸੁਣਦਾ। ਡਾਂਗਾਂ ਦੇ ਨਾਲ ਮਾਰੀ ਜਾਓ, ਸਿੰਗ ਟੁੱਟ ਜਾਣਗੇ, ਲਹੂ ਲੁਹਾਨ ਹੋ ਜਾਊਗਾ, ਇਹ ਨਹੀਂ ਹਟਦਾ। ਉਸੇ ਹੀ ਤਰ੍ਹਾਂ ਕਿਉਂਕਿ ਮਾਤਾ ਭੈਂਸਾ ਕਿੱਡਾ ਭੈਂਸੇ ਵਰਗਾ ਤੇਰਾ ਮਨ ਆ, ਉਹ ਵੇਖ ਕੇ ਮੁੜਦਾ ਨਹੀਂ ਆ। ਤੁਸੀਂ ਕਿਸੇ ਨੂੰ ਸਮਝਾ ਦਿਓ ਕਿ ਆਹ ਉਗਣੇ ਨਾ ਕਰ ਬੱਚੇ, ਉਹ ਮੰਨਦਾ। ਉਹ ਕਹਿੰਦਾ ਤੁਸੀਂ ਕੌਣ ਜੋ? ਉਹ ਤੁਸੀਂ ਕਹੋਗੇ ਅਸੀਂ ਤੇਰੇ ਮਾਂ ਬਾਪ ਆ। ਉਹ ਕਹਿੰਦਾ ਤੁਸੀਂ 50 ਹੋ ਗਏ, ਮੈਂ ਕੀ ਲੈਣਾ ਦੇਣਾ, ਜਾਓ, ਮੈਨੂੰ ਨਹੀਂ ਰੋਕ ਸਕਦੇ। ਹੋਰ ਜ਼ਿਆਦਾ ਕਰਦਾ, ਕਹਿੰਦੇ ਕੁੱਦ ਚਾਰੇ ਰਸਾ ਤਲ ਪਾਏ। ਕਹਿੰਦੇ ਟੱਪ ਕੇ ਕਰਦਾ ਹੈ, ਦਿਖਾ ਕੇ ਕਰੂਗਾ, ਕੁੱਦ ਚਾਰੇ ਰਸਾ ਤਲ ਪਾਏ, ਔਰ ਫਿਰ ਨਰਕਾਂ ਨੂੰ ਜਾਂਦਾ। ਹਾਂ, ਤੇ ਜਿਹੜਾ ਬੰਦਾ ਏਦਾਂ ਦੇ ਜਿੱਦ ਕਰਦਾ ਹੈ, ਜਿਹੜਾ ਬੰਦਾ ਹੱਟ ਕਰਦਾ ਹੈ ਔਰ ਔਗਣਾਂ ਨੂੰ ਭੋਗਣ ਦੇ ਲਈ ਹੱਟ ਕਰਦਾ ਹੈ, ਉਹ ਫਿਰ ਕਹਿੰਦੇ ਕਿ ਉਹਦੇ ਲਈ ਕਾਫੀ ਮੁਸ਼ਕਲ ਹੋ ਜਾਏਗੀ। ਉਹਨੂੰ ਜਿਹੜਾ ਅਗਲਾ ਜਨਮ ਆ, ਜੋ ਵੀ ਅਗਲਾ ਜਨਮ ਤੇ ਹੈਗਾ ਹੀ ਹੈਗਾ, ਇੱਥੇ ਵੀ ਬਹੁਤ ਇਨਸਾਨ ਭੋਗ ਕੇ ਜਾਂਦੇ ਨੇ, ਔਰ ਉਹਦਾ ਰਿਜ਼ਲਟ ਬਹੁਤ ਮਾੜਾ ਹੁੰਦਾ। ਇੱਕ ਮੈਂ ਨਾ ਆਪਣੀ ਨਾ ਅਸਲੀਅਤ ਗੱਲ ਦੱਸਦਾ ਮੈਂ ਤੁਹਾਨੂੰ। ਇਹ ਸਾਧ ਸੰਗਤ ਜੀ, ਇਹ ਜਿਥਾਰਕ ਗੱਲਾਂ ਹੁੰਦੀਆਂ ਨੇ, ਕੁਝ ਗੱਲਾਂ ਮੇਰੀ ਜ਼ਿੰਦਗੀ ਦੀਆਂ ਹੁੰਦੀਆਂ ਨੇ, ਸੰਗਤਾਂ ਨਾਲ ਮਿਲ ਕਰਕੇ ਸਾਂਝੀਆਂ ਕਰਦਾ ਕਿ ਉੱਥੇ ਤੁਹਾਨੂੰ ਨਾ ਕੁਝ ਸਿੱਖਿਆ ਮਿਲੇ, ਕੋਈ ਗਿਆਨ ਮਿਲੇ, ਕੁਝ ਬੜਾ ਕੁਝ ਹੁੰਦਾ। ਇਹ ਗੱਲ ਬੜੀ ਪੁਰਾਣੀ ਹੈ, ਇਹ ਮੇਰੀ ਮੰਮੀ ਦਾਦੀ ਹੁੰਦੀ ਹੈ। ਇਹ ਤੇ ਗੱਲ ਮੰਮੀ ਨੇ ਹੁਣ ਦੱਸੀ ਮੈਨੂੰ ਆ ਕੇ।
ਡੈਡੀ ਦੇ ਨਾ 3-4 ਦੋਸਤ ਸਨ, ਤੋਂ ਇੱਕ ਦੋਸਤ ਹੀ ਜਿਹੜਾ ਖਾਸ ਸੀ ਤੇ ਉਹ ਥੋੜਾ ਜਿਹਾ ਕਰੈਕਟਰ ਉਹਦਾ ਠੀਕ ਨਹੀਂ ਸੀ ਬੰਦੇ ਦਾ। ਨਿੱਜਰ ਸਾਹਿਬ ਉਹਨੇ ਕੀ ਕੀਤਾ, ਵਿਆਹ ਬੰਦਾ, ਤੇ ਉਹਨੇ ਨਾ ਕੋਈ ਇੱਧਰੋਂ ਬੋਲ ਕੇ ਜਨਾਨੀ ਬੜੀ ਸੋਹਣੀ ਸੀ ਤੇ ਉਹਦਾ ਵਿਆਹ ਹੋਇਆ ਸੀ ਕਿ ਉਹ ਗੱਲ ਗੁੱਲ ਕਰਕੇ ਕੋਈ ਸੈਟਿੰਗ ਕਰਕੇ ਕਿੱਦਾਂ ਕਰਕੇ ਉਹ ਜਨਾਨੀ ਨੂੰ ਆਪਣੇ ਪਿੰਡ ਲਾਇਆ। ਤੇ ਮੰਮੀ ਰਾਤੀ ਨੇ ਫੈਰ ਚੱਲੇ 2-4 ਤੇ ਡੈਡੀ ਕੋਈ ਪਿਸਤੌਲ ਸੀ, ਹੋਰ ਕਿਸੇ ਕੋਈ ਪਿਸਤੌਲ ਨਹੀਂ ਸੀ ਉਦੋਂ, ਬੜੀਆਂ ਪੁਰਾਣੀ ਗੱਲ। ਚਲੋ ਮੰਮੀ ਨੂੰ ਪਤਾ ਲੱਗ ਗਿਆ ਤੇ ਸਰਪੰਚ ਦਾ ਹੀ ਪਿਸਤੌਲ ਹੈ ਔਰ ਫੈਰ ਕਿਹੜੀ ਚੀਜ਼ ਚਲਾਏ ਗਏ ਆ ਇਹ ਨਹੀਂ ਪਤਾ ਲੱਗਾ। ਚਲੋ ਬਾਅਦ ਦੇ ਵਿੱਚ ਪਤਾ ਲੱਗਾ ਤੇ ਡੈਡੀ ਨੇ ਪੁੱਛਿਆ ਮੰਮੀ ਨੇ ਕੀ ਗੱਲ ਹੋਈ ਆ, ਤੁਸੀਂ ਦੱਸੋ। ਕਹਿੰਦੇ ਕਿ ਉਹ ਤੇ ਏਦਾਂ ਕਰਕੇ ਆ ਬੰਦਾ ਕੰਮ, ਤੇ ਕਹਿੰਦੀ ਕਿ ਤੁਸੀਂ ਸਰਪੰਚ ਸਾਹਿਬ ਉੱਥੇ ਕਿਉਂ ਗਏ? ਕਹਿੰਦਾ ਮੈਂ ਵੀ, ਮੈਨੂੰ ਤਾਂ ਪਤਾ ਨਹੀਂ ਲੱਗਾ ਏਦਾਂ ਗੱਲਬਾਤ ਹੋ। ਚਲੋ ਮੰਮੀ ਕਹਿੰਦੀ ਚਲੋ ਲੀਵ ਇਟ। ਮੰਮੀ ਗਈ ਨੈਕਸਟ ਡੇ, ਨਿੱਜਰ ਸਾਹਿਬ ਸਵੇਰੇ ਪਹੁੰਚ ਗਈ। ਉਹ ਮਕਾਨ ਉਹਨਾਂ ਦਾ ਨਾ 2 ਮਕਾਨ, ਇੱਕ ਤੇ ਪਿੰਡ ਦੇ ਵਿੱਚ, ਇੱਕ ਪਿੰਡ ਤੋਂ ਬਾਹਰ ਸੀ। ਉੱਥੇ ਨਾ ਇੱਕ ਛੋਟਾ ਜਿਹਾ ਮੁੰਡਾ, ਇਹਨੂੰ ਚੂਈ ਕਹਿੰਦੇ ਸੀ, ਉਹਨੇ ਚੇਲਾ ਰੱਖਿਆ ਸੀ। ਤੇ ਉਹ ਕਹਿੰਦਾ ਸੀ, ਮੰਮੀ ਕਹਿੰਦੀ ਬੂਹਾ ਖੋਲ। ਉਹ ਕਹਿੰਦਾ ਚਾਚੀ ਬੂਹਾ ਨਹੀਂ ਖੋਲਣਾ, ਜੋ ਵੀ ਕਹਿਣਾ ਏਦਾਂ ਹੀ ਕਹਿ ਦੇ। ਤੇ ਮੰਮੀ ਕਹਿੰਦੀ ਤੂੰ ਮੇਰੀ ਗੱਲ ਸੁਣ, ਏਦਾਂ ਨਾ ਕਰ, ਤੂੰ ਬੂਹਾ ਖੋਲ ਦੇ, ਤੈਨੂੰ ਪਤਾ ਚਾਚੀ ਦਾ ਸੁਭਾਅ, ਮੈਂ ਕੰਧ ਟੱਪ ਕੇ ਆ ਜਾਣਾ। ਤੇ ਉਹ ਕਹਿੰਦਾ ਚੱਲ ਚਾਚੀ ਖੋਲ ਦਿੰਦਾ ਬੂਹਾ। ਖੋਲਿਆ ਤੇ ਸਹੀ ਬੈਠੀ ਜਨਾਨੀ, ਉਹਦੀ ਉਮਰ ਬੜੀ ਘੱਟ। ਤੇ ਮੰਮੀ ਕਹਿੰਦੀ ਕਿ ਭੈਣ ਜੀ ਤੂੰ ਕਿੱਥੋਂ? ਕਹਿੰਦੀ ਮੈਂ ਤੇ ਏਦਾਂ ਹਾਂ, ਤੇ ਮਤਲਬ ਏਦਾਂ ਗੱਲਬਾਤ ਹੋਈ ਤੇ ਜੋ ਵੀ ਮੈਂ ਇੱਥੇ ਆ, ਤੈਨੂੰ ਪਤਾ ਹੀ ਹੈ ਖੱਚ ਬੰਦਾ ਹੈਗਾ, ਜਿਹਦੇ ਨਾਲ ਆ ਗਈ, ਇਹਦੇ ਤੇ ਮੁੰਡੇ ਤੇਰੇ ਜਿੱਡੇ ਆ, ਤੇ ਤੂੰ ਕਿੱਥੇ ਫਸ ਗਈ ਆ? ਕਹਿੰਦੀ ਮੈਂ ਤੇ ਦਾਜ ਵੀ ਚੁੱਕ ਲਿਆਈ ਆ, ਪਤਾ ਨੀ ਕੀ ਗੱਲਬਾਤ ਨੇ ਜਦ ਹੋਈ ਗੇਮ ਘੁੰਮ ਏਦਾਂ ਦੀ ਕਮਾਈ। ਚਲੋ ਕਹਿੰਦੀ ਤੂੰ ਦਾਜ ਨੂੰ ਤੂੰ ਮਾਰ ਗੋਲੀ, ਕੁੜੀਏ ਰਾਤ ਨੂੰ ਨਿਕਲ ਜਾ ਇੱਥੋਂ, ਤੇ ਮੈਂ ਤੈਨੂੰ ਬਹਾਨਾ ਬੁਨਾ ਬਣਾ। ਚਲੋ ਕੁੜੀ ਭਜਾ, ਉਹ ਕੁੜੀ ਚੱਲ ਗਈ। ਮੰਮੀ ਉਹ ਕਥਾ ਸੁਣਦੀ ਤੇ ਅੱਛਾ ਕੁੜੀ ਚੱਲ ਗਈ। ਅੱਛਾ ਨਿੱਜਰ ਸਾਹਿਬ ਉਹ ਬੜਾ ਬੰਦਾ ਦੁਖੀ ਹੋਇਆ ਕਿ ਚਲੋ ਰੌਲਾ ਪੈਣਾ ਸੀ, ਇਹ ਮਤਲਬ ਜਨਾਨੀ ਕੱਢਤੀ ਮੇਰੀ, ਇਹ ਹੈ ਉਹ ਹੈ, ਏਦਾਂ ਕਰਕੇ। ਅੱਜ ਨੂੰ 1.5 ਸਾਲ ਪਹਿਲਾਂ, 2-3 ਸਾਲ ਪਹਿਲਾਂ ਦੀ ਗੱਲ ਹੈ। ਨਿੱਜਰ ਸਾਹਿਬ ਪਿੰਡ 'ਚ ਵਿਆਹ ਹੋਇਆ ਇੱਥੇ ਰਟੌਲੀ ਲੱਗ, ਤੇ ਉੱਥੇ ਮੰਮੀ ਗਈ ਤੇ ਉਸ ਬੰਦੇ ਨੇ ਸਾਰਿਆਂ ਬੰਦਿਆਂ ਦੇ ਸਾਹਮਣੇ ਨਿੱਜਰ ਸਾਹਿਬ ਮੰਮੀ ਦੇ ਪੈਰ ਫੜੇ। ਤੇ ਉਹ ਕਹਿੰਦਾ ਕਿ ਇਹ ਮੇਰੀ ਭੈਣ ਨੇ ਮੇਰਾ ਘਰ ਬਚਾਇਆ। ਇਹ ਕਹਿੰਦਾ ਉਹ ਕਰਮ ਕਰਨ ਤੋਂ ਮੈਨੂੰ ਨਾ ਰੋਕਦੀ ਤੇ ਅੱਜ ਮੇਰੇ ਮੁੰਡਿਆਂ ਨੇ 76 ਫੇਰਨੇ ਸੀ। ਮੈਂ ਨਿੱਜਰ ਸਾਹਿਬ ਬਿਲਕੁਲ ਕਹਿੰਦਾ ਕਿ ਇਹ ਦੇਖੋ ਇਨਸਾਨ ਨਿੱਜਰ ਸਾਹਿਬ ਜਦੋਂ ਬੰਦੇ ਦੀ ਮੱਤ ਤੇ ਪੜਦਾ ਪੈ ਜਾਂਦਾ ਹੈ, ਉਹਨੂੰ ਨਹੀਂ ਪਤਾ ਲੱਗਦਾ। ਉਦੋਂ ਬੰਦੇ ਨੂੰ ਹਰੀ ਹਰੀ ਘਾਸ ਜਿਹੜੀ ਤੁਸੀਂ ਕਹਿੰਦੇ ਜੋ ਨਾ, ਬੜੀ ਵਧੀਆ ਲੱਗਦੀ ਹੈ ਔਰ ਬੰਦਾ ਖਾ ਲੈਂਦਾ। ਔਰ ਵੇਖੋ ਉਹਦੀ, ਮੈਂ ਕਹਿੰਦਾ ਉਹਦੀ ਚੰਗੀ ਕਿਸਮਤ ਹੈ ਜਿਹੜੀ ਮਾਤਾ ਉਦੋਂ ਜਾ ਕੇ ਤੇ ਉਹਨੂੰ ਜਲਣ ਚੋਂ ਕੱਢ ਲਿਆਈ, ਨਹੀਂ ਤਾਂ ਬੰਦੇ ਦਾ ਕੀ ਜੀਵਨ ਹੋਣਾ ਸੀ। ਤੇ ਇਹ ਤੋਂ ਜ਼ਿੰਦਗੀ 'ਚ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ, ਜਿਹੜੇ ਭੋਗ ਹੁੰਦੇ ਨੇ, ਇਹ ਵੇਖਣ ਨੂੰ ਬੜੇ ਚੰਗੇ ਲੱਗਦੇ ਨੇ, ਪਰ ਇਹਨਾਂ ਦਾ ਅੰਤ ਬਹੁਤ ਮਾੜਾ। ਫਿਰ ਵੀ ਬੰਦਾ ਐਡਮਿਟ ਕਰ ਗਿਆ, ਮੈਂ ਸੋਚਦਾ ਬੜੀ ਵੱਡੀ ਗੱਲ। ਹਾਂਜੀ ਨਿੱਜਰ ਸਾਹਿਬ ਅੱਗੇ ਚਲੀ। ਕਹੋ ਕਬੀਰ ਪ੍ਰਗਟ ਪਈ ਖੇਡ। ਹੁਣ ਪੰਜਵੀਂ ਪਾਤਸ਼ਾਹੀ ਕਬੀਰ ਜੀ ਨੂੰ ਦੇਖੋ, ਬਾਹਰ ਕਬੀਰ ਜੀ ਕਿੰਨੀ ਵਾਰੀ ਇਹਦੇ ਵਿੱਚ ਆਇਆ। ਦੇਖੋ ਉਹਨਾਂ ਨੇ ਹਰ ਬੰਦ ਦੇ ਵਿੱਚ ਕਬੀਰ ਜੀ ਨੂੰ ਐਡਰੈਸ ਕੀਤਾ ਹੈ। ਦੇਖ ਲਓ ਨੀਅਰ ਅਬਾਊਟ, ਕਹਿੰਦੇ ਕਹੋ ਕਬੀਰ ਪ੍ਰਗਟ ਪਈ ਖੇਡ। ਕਹਿੰਦੇ ਮੈਨੂੰ ਇਹ ਪਤਾ ਲੱਗ ਗਿਆ ਭਾਈ ਇਹ ਪ੍ਰੋਬਲਮ ਕੀ ਹੈਗੀ, ਕਿਉਂ ਇਹ ਜਿਹੜਾ ਮਾਤਾ ਭੈਂਸਾ ਜਿਹੜਾ ਮੱਤਿਆ ਹੋਇਆ, ਜਿਹੜਾ ਝੋਟਾ ਜਿਹੜਾ ਹੈਗਾ, ਕਿਉਂ ਜਿਹੜਾ ਆਪਣੀ ਮਨਮਰਜ਼ੀ ਕਰ ਰਿਹਾ ਹੈ, ਕਿਉਂ ਜਿਹੜਾ ਇਹ ਸਵਾਦਾਂ ਨੂੰ ਨਹੀਂ ਛੱਡ ਪਾ ਰਿਹਾ। ਕਹਿੰਦੇ ਲੇਲੇ ਕੋ ਚੁੰਗੇ ਨਿਤ ਭੇੜ। ਕਹਿੰਦੇ ਇਹ ਜਿਹੜਾ ਬੁੱਧੀ ਨੂੰ ਯੂਜ਼ ਹੀ ਨਹੀਂ ਕਰ ਰਿਹਾ, ਆਪਣੀ ਮਨ ਦੇ ਪਿੱਛੇ ਹੀ ਲੱਗਿਆ ਹੋਇਆ ਹੈ। ਬਸ ਭੇੜ ਜਿਹੜੀ ਵੀ ਬੁੱਧੀ ਜਿਹੜੀ ਹੈਗੀ ਆ, ਇਹ ਜਿਹੜੀ ਹੈਗੀ ਆ ਲੇਲੇ ਨੂੰ ਜਿਹੜਾ ਹੈਗਾ ਉਹ ਨਿਆਣੇ ਮਨ ਨੂੰ, ਉਹਦੇ ਮਨ ਦੇ ਪਿੱਛੇ ਹੀ ਜਿਹੜੀ ਹੈ ਤੁਰ ਰਹੀ ਹੈ ਭਾਈ। ਮਨ ਹੀ ਕੰਟਰੋਲਰ ਹੈਗਾ, ਬੁੱਧੀ ਨੂੰ ਯੂਜ਼ ਹੀ ਨਹੀਂ ਕਰ ਰਿਹਾ, ਉਹ ਭਾਵਨਾ ਦੇ ਵਿੱਚ ਹੀ ਘੁੰਮ ਰਿਹਾ ਹੈ। ਬਸ ਆਹ ਪ੍ਰੋਬਲਮ ਹੈਗੀ ਆ। ਹਾਂਜੀ ਗੁਰਕੀ ਸਾਹਿਬ। ਹਾਂ ਬਿਲਕੁਲ ਠੀਕ ਹੈ। ਸਾਧ ਸੰਗਤ ਜੀ ਇੱਥੇ ਉਹਨਾਂ ਨੇ ਕਲੀਅਰ ਕਰਤਾ ਹੈ ਕਿ ਲੇਲੇ ਨੂੰ ਚੁੰਗੇ, ਲੇਲੇ ਕੋ ਚੁੰਗੇ ਨਿਤ ਭੇੜ। ਉਹ ਕਹਿੰਦੇ ਕਿ ਕੋਈ ਵੀ ਤੂੰ ਵਿਸ਼ੇ ਨੂੰ ਭੋਗ ਰਿਹਾ, ਤੂੰ ਮਾੜਾ ਕਰਮ ਦਾ ਵਿਸ਼ਾ ਆ ਰਿਹਾ, ਤੇਰੇ ਮਨ 'ਚ ਵਿਚਾਰ ਆ ਗਿਆ, ਮਨ ਕਹਿੰਦਾ ਭੋਗਣਾ, ਮਨ ਕਹਿੰਦਾ ਖਾਣਾ, ਤੂੰ ਹਰ ਚੀਜ਼ ਥੋੜੀ ਨੂੰ ਖਵਾ ਦੇਣਾ। ਹੁਣ ਡਾਕਟਰ ਨੇ ਮਨਾ ਕੀਤਾ ਹੈ ਕਿ ਇਹ ਚੀਜ਼ ਨਹੀਂ ਖਾਣੀ, ਆਪਾਂ ਖਾਂਦੇ ਹਾਂ, ਨਹੀਂ ਖਾਂਦੇ, ਆਪਾਂ ਨੂੰ ਪਤਾ ਹੈ ਬਿਮਾਰ ਹੋ ਜਾਵਾਂਗੇ, ਹੋਰ ਬਿਮਾਰ ਹੋ ਜਾਵਾਂਗੇ। ਪਰ ਹੁਣ ਕਹਿੰਦੇ ਕਿ ਜਦੋਂ ਕੋਈ ਕਰਮ ਕਰਦਾ ਹੈ, ਤੂੰ ਮਾੜੇ ਕਰਮ ਕਰਦਾ, ਉਦੋਂ ਬੁੱਧੀ ਦਾ ਇਸਤੇਮਾਲ ਕਿਉਂ ਨਹੀਂ ਕਰਦਾ? ਤੂੰ ਦੂਰ ਅੰਦੇਸ਼ੀ ਕਿਉਂ ਨਹੀਂ ਸੋਚਦਾ ਕਿ ਇਹ ਜਿਹੜਾ ਕੰਮ ਮੈਂ ਕਰਨ ਜਾ ਰਿਹਾ ਇਹਦਾ ਰਿਜ਼ਲਟ ਕੀ ਹੋਊਗਾ? ਕੇਵਲ ਇੰਨਾ ਹੀ ਤੇ ਸੋਚਣਾ ਹੁੰਦਾ, ਹੋਰ ਕੋਈ ਕੰਮ ਥੋੜੀ ਹੁੰਦਾ। ਆਪਾਂ ਕੋਈ ਵੀ ਕੰਮ ਕਰਦੇ ਹਾਂ
ਹੁਣ ਮੈਂ ਇੱਥੇ ਕੰਮ ਕਰਦਾ ਵਾਂ ਤੇ ਮੇਰੀ ਚਲੋ ਪਹਿਲਾਂ ਤੇ ਚਲੋ ਜੀਵਨ ਮੇਰਾ ਲੰਘ ਗਿਆ, ਮੈਂ ਵੀ ਝੂਠ ਮਾਰਾਂ, ਪਹਿਲਾਂ ਵੀ ਮੈਂ ਕੋਈ ਚੰਗਾ ਇਨਸਾਨ ਥੋੜੀ ਸਾਂ, ਚਲੋ ਹੁਣ ਵੀ ਜ਼ਿਆਦਾ ਵਧੀਆ ਤੇ ਨਹੀਂ, ਪਰ ਥੋੜਾ ਜਿਹਾ ਮੈਂ ਸੁਧਰ ਗਿਆ। ਹੁਣ ਮੈਂ ਕੰਮ ਕਰਨ ਤੋਂ ਪਹਿਲਾਂ 2 ਮਿੰਟ ਵਿਚਾਰ ਜ਼ਰੂਰ ਕਰਦਾ ਵਾਂ। ਪਹਿਲੀ ਗੱਲ ਤੇ ਮਾੜੇ ਕਰਮ ਦਾ ਵਿਚਾਰ ਹੀ ਨਹੀਂ ਪੈਦਾ ਹੁੰਦਾ, ਭਗਤੀ ਦਾ ਫਾਇਦਾ ਵਾ। ਤੁਹਾਡੇ ਅੰਦਰ ਮਲੀਨਤਾ ਤੇ ਆਊਗੀ ਨਹੀਂ, ਚਲੋ ਮੰਨ ਲਓ ਆ ਗਈ, ਤੇ ਉਹ ਵੀ ਬੁੱਧੀ ਜਿਹੜੀ ਸਾਨੂੰ ਸਮਝਾਉਂਦੀ ਹੈ ਨਹੀਂ ਕਰੇਗੀ, ਇਹ ਕੰਮ ਠੀਕ ਨਹੀਂ ਹੈ, ਉਹ ਨਹੀਂ ਕਰਨਾ। ਹੁਣ ਉਹ ਕਹਿੰਦੇ ਆ ਇਹਦਾ ਮਤਲਬ ਇਹ ਆ ਕਿ ਉਹ ਮਨ ਨੂੰ ਕਨਵਿੰਸ ਕਰਦੀ ਹੈ ਬੁੱਧੀ, ਪਰ ਜੇ ਭੇਡ ਲੇਲੇ ਨੂੰ ਚੁੰਗੇਗੀ, ਉਹਨੂੰ ਸਮਝਾਏਗੀ, ਉਹਦੀਆਂ ਚੋਰੀਆਂ ਦੇ ਵਿੱਚ ਉਹਦੇ ਲਿਪੇ ਪੋਚੇ ਕਰੂਗੀ, ਫਿਰ ਧਿਆਨ ਕਿੱਥੋਂ ਹੋਣਾ? ਬੁੱਧੀ ਨੂੰ ਤੇ ਭੇਡ ਨੇ ਤੈਨੂੰ ਮੋੜਨਾ ਲੇਲੇ ਨੂੰ, ਬਿਲਕੁਲ। ਤੇ ਪਰ ਜੇ ਉਹ ਕਵੀ ਕਿ ਲੇਲਾ ਬੜਾ ਵਧੀਆ, ਉਹ ਦੋਵੇਂ ਇਕੱਠੇ ਹੋਣ, ਜਦੋਂ ਚੋਰੀ ਹੁੰਦੀ ਆ, ਚੋਰੀ ਕਰਨ ਦੇ ਲਈ ਤੇ ਬੁੱਧੀ ਚਾਹੀਦੀ ਨਾਲ। ਪਹਿਲਾਂ ਮਨ ਤੇ ਕਹਿੰਦਾ ਚੋਰੀ ਕਰਨੀ ਆ, ਨਾਲ ਪਲੈਨਿੰਗ ਸਾਰੀ ਬੁੱਧੀ ਦੀ ਨਜ਼ਰ ਸਾਹਿਬ। ਹੁਣ ਤੁਸੀਂ ਮਾੜਾ ਕੋਈ ਕਰਮ ਕਰੋ ਤੇ ਤੁਹਾਨੂੰ ਤੁਸੀਂ ਕੀ ਸੋਚਦੇ ਹੋ ਬੁੱਧੀ ਦੇ ਬਿਨਾਂ ਕੰਮ ਹੋਊਗਾ? ਬੁੱਧੀ ਦਾਦੀ ਰਾਤ ਨੂੰ ਜਾਣਾ, ਇੰਨੇ ਵਜੇ ਜਾਵਾਂਗੇ, ਫਲਾਣੀ ਟੈਕਨੀਕ ਹੈ, ਏਦਾਂ ਜਾਣਾ ਵਾ, ਸਾਰਾ ਬੁੱਧੀ ਦਾ ਦਿਮਾਗ ਹੁੰਦਾ। ਚੋਰੀ ਕਿੱਥੋਂ ਕਰਨੀ ਹੈ? ਤੁਸੀਂ ਬੁੱਧੀ ਦੇ ਸਿਰ ਤੇ ਕਰਨੀ। ਮਨ ਦੇ ਅੰਦਰ ਔਗਣ ਆ ਗਿਆ, ਉਹ ਦਾਦਾ ਵਕਤ ਜਿੰਦਰੇ ਲੱਗੇ ਆ, ਲੋਕ ਲੱਗੇ ਆ, ਕਿਤੇ ਚੋਰੀ ਕਰਨੀ। ਇਸੇ ਤਰ੍ਹਾਂ ਜੇ ਕਿਸੇ ਦੀ ਜ਼ਮੀਨ ਚੁੱਕਣੀ ਆ ਜਾਂ ਕੁਝ ਵੀ ਕਰਨਾ ਹੈ, ਸਾਰੀ ਜਿੰਨਾ ਚਿਰ ਤੱਕ ਕਿਰਿਆ ਜਿਹੜੀ ਉਹ ਬੁੱਧੀ ਦੁਆਰਾ ਨਹੀਂ ਹੁੰਦੀ, ਮਨ ਕੁਝ ਵੀ ਨਹੀਂ ਕਰ ਸਕਦਾ। ਨਿਜਰ ਸਾਹਿਬ ਹਾਂਜੀ ਨਿਜਰ ਸਾਹਿਬ, ਹਾਂਜੀ। ਆਖਰੀ ਬੰਦ, ਰਾਮ ਰਮਤ ਮਤ ਪ੍ਰਗਟੀ ਆਈ। ਲੋਕ ਕਹਿੰਦੇ ਕਿ ਇੱਕ ਕੰਮ ਕੀਤਾ ਮੈਂ ਤੇ ਮੇਰੀ ਮੱਤ ਜਿਹੜੀ ਹੈਗੀ ਪ੍ਰਗਟ ਹੋ ਗਈ। ਹੁਣ ਬੁੱਧੀ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੈਂ। ਕਿਵੇਂ ਇਹ ਜਿਹੜਾ ਹੈਗਾ ਇਹ ਜਿਹੜਾ ਪਰਿਵਰਤਨ ਕਿਵੇਂ ਹੋ ਗਿਆ? ਰਾਮ ਰਮਤ, ਰਾਮ ਦੇ ਵਿੱਚ ਰਮਣਾ ਕਿਵੇਂ ਆ ਗਿਆ? ਮਤ ਪ੍ਰਗਟ ਆਈ, ਉਹਦੇ ਨਾਲ ਬੁੱਧੀ ਪ੍ਰਗਟ ਹੋ ਗਈ, ਮੇਰੀ ਵਿਵੇਕ ਬੁੱਧੀ ਆ ਗਈ ਮੇਰੇ ਅੰਦਰ। ਕਿਵੇਂ? ਕਹੋ ਕਬੀਰ ਗੁਰੇ ਸੋਝੀ ਪਾਈ। ਪੰਜਵੀਂ ਪਾਤਸ਼ਾਹੀ ਕਹਿ ਰਹੀ, ਕਬੀਰ ਮੈਨੂੰ ਮੇਰੇ ਗੁਰੂ ਨੇ ਸੋਝੀ ਦੇ ਦਿੱਤੀ, ਮੇਰੇ ਗੁਰੂ ਨੇ ਗਿਆਨ ਦੇ ਦਿੱਤਾ, ਮੇਰੇ ਗੁਰੂ ਦੀ ਜਿਹੜੀ ਹੈਗੀ ਮੈਂ ਗੱਲ ਮੰਨ ਲਈ ਤੇ ਮੇਰੇ ਅੰਦਰ ਮੈਂ ਧਿਆਨ ਸਿਮਰਨ ਕੀਤਾ, ਰਾਮ ਰਮਤ ਧਿਆਨ ਸਿਮਰਨ ਕੀਤਾ ਤੇ ਮੇਰੀ ਮਤ ਪ੍ਰਗਟ ਹੋ ਗਈ। ਮਤ ਜਿਹੜੀ ਹੈਗੀ ਉੱਪਰ ਆ ਗਈ ਔਰ ਉਹਨੇ ਜਿਹੜਾ ਹੈਗਾ ਲੇਲੇ ਨੂੰ ਜਿਹੜਾ ਸ਼ਾਂਤ ਕਰ ਦਿੱਤਾ। ਨਹੀਂ ਮੰਨਦੀ ਹੁਣ ਲੇਲੇ ਦੀ ਗੱਲ। ਲੇਲਾ 100 ਗੱਲਾਂ ਕਹਿੰਦਾ ਹੈ, ਮਤ ਜਿਹੜੀ ਹੈ ਬੁੱਧੀ ਜਿਹੜੀ ਹੈ ਵਿਚਾਰਦੀ ਹੈ ਵੀ ਇਹਦੀ ਕਿਹੜੀ ਗੱਲ ਜੈਨੂਇਨ ਹੈ, ਕਿਹੜੀ ਗੱਲ ਗਲਤ ਹੈਗੀ। ਹਾਂਜੀ ਗੋਰਕੀ ਸਾਹਿਬ। ਹਾਂਜੀ ਬਿਲਕੁਲ, ਲਾਸਟ ਤੇ ਉਹਨਾਂ ਨੇ ਕਲੀਅਰ ਕੱਟ ਕਰਤਾ। ਉਹ ਕਹਿੰਦੇ ਕਿ ਮੈਨੂੰ ਹੁਣ ਸੋਝੀ ਪੈ ਗਈ। ਹਾਂ, ਸੋਝੀ ਪੈ ਗਈ ਮਤਲਬ ਮੈਨੂੰ ਗਿਆਨ ਹੋ ਗਿਆ। ਗਿਆਨ ਕੀ ਹੋ ਗਿਆ ਕਿ ਮੈਂ ਭਗਤੀ ਕੀਤੀ ਤੇ ਭਗਤੀ ਨੇ ਕਿਹਾ ਕਿ ਮੇਰੇ ਅੰਦਰ ਧਰਮ ਪੈਦਾ ਹੋ ਗਿਆ। ਧਰਮ ਦਾ ਮਤਲਬ ਕਿ ਕਿਹੜੀ ਚੀਜ਼ ਮੇਰੀ ਆ, ਕਿਹੜੀ ਚੀਜ਼ ਮੇਰੀ ਨਹੀਂ ਆ, ਕੀ ਸੱਚ ਆ, ਕੀ ਝੂਠ ਆ। ਤੁਹਾਨੂੰ ਧਰਮ ਨਹੀਂ ਦੱਸਣਾ, ਪਰ ਭਗਤੀ ਤੋਂ ਬਿਨਾਂ ਇਹ ਪੈਦਾ ਨਹੀਂ ਹੁੰਦਾ। ਔਰ ਜਦੋਂ ਵੀ ਤੁਸੀਂ ਭਗਤੀ ਕੀਤੀ, ਧਰਮ ਪੈਦਾ ਹੋ ਗਿਆ ਤੇ ਗੱਡੀ ਤੁਹਾਡੀ 90 ਦੀ ਸਪੀਡ ਦੇ ਨਾਲ ਪ੍ਰਮਾਤਮਾ ਦੇ ਵੱਲ ਗਤੀ ਕਰੇ। ਇਹ ਨਹੀਂ ਕਿ ਧਰਮ ਆ ਗਿਆ ਤੇ ਪ੍ਰਮਾਤਮਾ ਤੱਕ ਪਹੁੰਚ ਗਏ, ਪਰ ਬੇਸਮੈਂਟ ਜਿਹੜੀ ਹੈ ਨਿਜਰ ਸਾਹਿਬ, ਜਿਹੜਾ ਗਰਾਊਂਡ ਵਰਕ ਹੈ ਨਾ, ਨੀਹਾਂ ਜਿਹੜੀਆਂ ਬਿਲਡਿੰਗ ਦੀਆਂ ਨੇ, ਉਹ ਧਰਮ ਤੋਂ ਬਿਨਾਂ ਨਹੀਂ ਜੋ ਬਣਨੀ। ਧਰਮ ਤੋਂ ਬਿਨਾਂ ਕਾਹਦਾ ਜੀਵਨ ਹੋਊਗਾ? ਇੱਕ ਮੈਂ ਭਗਤੀ ਕਰ ਰਿਹਾ ਨਿਜਰ ਸਾਹਿਬ, ਹੁਣ ਪ੍ਰੋਬਲਮ ਤੇ ਇਹੋ ਹੀ ਹੈ ਸੰਸਾਰ ਦੇ ਵਿੱਚ, ਲੋਕੀ ਧਿਆਨ ਸਿਮਰਨ ਬਹੁਤ ਕਰ ਰਹੇ ਨੇ, ਭਗਤੀਆਂ ਸ਼ਕਤੀਆਂ ਪਾਠ ਪੂਜਾ ਬਹੁਤ ਹੋ ਰਿਹਾ ਹੈ, ਪਰ ਜੀਵਨ 'ਚ ਧਰਮ ਨਹੀਂ ਆ ਰਿਹਾ। ਔਰ ਜਦ ਤੱਕ ਧਰਮ ਨਹੀਂ ਆਊਗਾ ਤੇ ਉਹ ਤੇ ਗੱਡੀ ਚੱਲਣੀ ਨਹੀਂ ਤੁਹਾਡੀ, ਉੱਥੇ ਚਿੱਕੜ 'ਚ ਬੈਠੇ ਜੇ। ਧਰਮ ਤੇ ਨਿਜਰ ਸਾਹਿਬ ਉਹਦਾ ਬੇਸਿਕ ਰਿਕੁਆਇਰਮੈਂਟ ਆ। ਉਸ ਤੋਂ ਬਾਅਦ ਫਿਰ ਅਧਿਆਤਮਿਕ ਜੀਵਨ ਸ਼ੁਰੂ ਹੋਣਾ ਵਾ। ਉਸ ਤੋਂ ਬਾਅਦ ਸਾਡੇ ਅੰਦਰ ਉਚਾਈ ਆਉਣੀ ਆ, ਸਾਡੀ ਬੁੱਧੀ ਜਿਹੜੀ ਆ ਉਹ ਸੂਖਮ ਹੋਈ ਜਾਣੀ ਆ। ਔਰ ਜਿਵੇਂ ਜਿਵੇਂ ਬੁੱਧੀ ਸੂਖਮ ਹੋਈ, ਤਿਵੇਂ ਸਾਡੇ ਅੰਦਰ ਵਿਵੇਕ ਪੈਦਾ ਹੋਣਾ। ਤੇ ਵਿਵੇਕ ਤੇ ਸੱਚ ਹੈਗਾ, ਉਹਨੇ ਤੇ ਉਹਦੇ ਵਿੱਚ ਜ਼ਬਰਦਸਤ ਇੱਕ ਫਿਲਟਰ ਹੈਗਾ। ਉਹਨੇ ਜਿੱਦਾਂ ਆਰਓ ਵਾਟਰ 'ਚ ਨਹੀਂ ਪਾ ਦਈਦਾ, ਹਾਰਡ ਪਾਣੀ ਪਾ ਦਈਦਾ, ਤੇ ਉਹ ਜਿਹੜਾ ਮੋਟਾ ਪਾਣੀ ਲੋਹੇ ਵਾਲਾ ਸਾਈਡ ਤੇ ਕੱਢ ਕੇ ਰੱਖ ਦਿੰਦੀ, ਵਧੀਆ ਪਾਣੀ ਕੱਢ ਕੇ ਤੁਹਾਡੇ ਸਾਹਮਣੇ ਰੱਖ ਦੇਣਾ ਕਿ ਆਹ ਪੀਲਾ ਚਰਨਜੀਤ, ਕੋਈ ਨੁਕਸਾਨ ਨਹੀਂ ਹੋਊਗਾ। ਇਹ ਪਾਣੀ 'ਚ ਜੋ ਹਾਰਮਫੁਲ ਜੋ ਵੀ ਕੈਮੀਕਲ ਸਨ ਉਹ ਸਾਰੇ ਕੱਢਦੇ। ਇਹ ਤੇਰੇ ਮੈਦੇ ਲਈ ਬਹੁਤ ਵਧੀਆ, ਇਹਨੂੰ ਪੀਏਂਗਾ ਤੈਨੂੰ ਕੋਈ ਕਿਡਨੀ ਸਟੋਨ ਨਹੀਂ ਹੋਊਗਾ। ਹਾਂ, ਜੇ ਤੂੰ ਡਾਇਰੈਕਟ ਪੀਂਦਾ ਤੈਨੂੰ ਕਿਡਨੀ ਸਟੋਨ ਪੱਕੇ ਹੋਣੇ। ਹਾਂਜੀ ਨਿਜਰ ਸਾਹਿਬ। ਬਸ ਮੇਰੇ ਖਿਆਲ ਸਮਾਂ ਹੋ ਗਿਆ ਗੁਰੂ ਸਾਹਿਬ। ਹਾਂ, ਅੱਜ ਤਾਂ ਇੰਨਾ ਹੀ।
ਤੇ ਬਸ ਸਾਧ ਸੰਗਤ ਜੀ ਬਸ ਕੋਸ਼ਿਸ਼ ਕਰਿਆ ਕਰੋ, ਬਾਣੀ ਜੋ ਕਹਿ ਰਹੀ ਉਹਦਾ ਕਹਿਣਾ ਮੰਨਿਆ ਕਰੋ। ਤੇ ਵੈਸੇ ਕਹਾਣੀਆਂ ਇਸ ਕਰਕੇ ਵਿੱਚ ਪਾ ਦਿੱਤੀਆਂ ਵਾ ਕਿਉਂਕਿ ਇਹ ਕਹਾਣੀਆਂ ਬੜੀ ਦੂਰ ਤੱਕ ਤੁਹਾਡੇ ਯਾਦ ਰਹਿਣੀਆਂ। ਉਹ ਤਾਂ ਬੰਦਾ ਗੱਲ ਭੁੱਲ ਜਾਂਦਾ, ਬਹੁਤ ਔਖਾ ਯਾਦ ਰੱਖਣਾ। ਹਾਂ, ਬੁਰਾਈ ਗੱਲ ਕਹਿ ਦੋਗੇ ਨਾ, ਇਹਦੀ ਚੁਗਲੀ ਕਰ ਦੋਗੇ, ਉਹ ਤੁਹਾਨੂੰ 100 ਸਾਲ ਤੱਕ ਨਹੀਂ ਭੁੱਲਣੀ। ਹਾਂ, ਚੰਗੀ ਗੱਲ ਯਾਦ ਰੱਖਣੀ ਬੜੀ। ਅਕਸਰ ਬੰਦਾ ਜਿਹੜਾ ਚੰਗੀਆਂ ਗੱਲਾਂ ਨੂੰ ਭੁੱਲ ਜਾਂਦਾ ਹੈ ਤੇ ਬੁਰੀਆਂ ਗੱਲਾਂ ਨੂੰ ਆਪਾਂ ਬੜੀ ਦੂਰ ਤੱਕ ਯਾਦ ਰੱਖਦੇ। ਤੇ ਕੋਸ਼ਿਸ਼ ਕਰਿਆ ਕੋਈ ਚੰਗੀਆਂ ਗੱਲਾਂ ਯਾਦ ਰੱਖਿਆ ਕਰੋ ਤੇ ਇਸ ਤਰ੍ਹਾਂ ਬੰਦਗੀ ਕਰਨੀ ਹੈ। ਤੇ ਅੱਜ ਦੀਆਂ ਜੋ ਗੱਲਾਂ ਆਪਾਂ ਨੂੰ ਮਿਲੀਆਂ ਨੇ ਉਹ ਕਹਿੰਦੇ ਨੇ ਕਿ ਪਾਣੀ ਨੂੰ ਨਾ ਰਿੜਕੀਏ। ਹਾਂ, ਰਿੜਕੋ, ਕੋਈ ਗੱਲ ਨਹੀਂ, 2-4 ਮਹੀਨੇ 6 ਮਹੀਨੇ ਸਾਲ ਪਰ ਬਸ ਕਰ ਦੋ। ਹਰੀ ਘਾਹ 'ਚ ਕੁਝ ਨਹੀਂ ਰੱਖਿਆ। ਉਹ ਹਰੀ ਘਾਹ ਦੇ ਇੱਕ ਜਸਟ ਸਾਨੂੰ ਫਰਮਾਉਣ ਵਾਸਤੇ ਪ੍ਰਪੰਚ ਰਚਿਆ ਹੋਇਆ ਮਾਇਆ ਦਾ, ਉਹਦੇ 'ਚ ਕੁਝ ਵੀ ਨਹੀਂ। ਤੁਸੀਂ ਕਿੰਨਾ ਮਰਜ਼ੀ ਭੋਗ ਨੂੰ ਭੋਗ ਕੇ ਵੇਖ ਲਓ, ਅੱਗ 'ਚ ਜਿੰਨੀ ਮਰਜ਼ੀ ਲੱਕੜ ਸੁੱਟੀ ਜਾਓ, ਅੱਗ ਨਹੀਂ ਸ਼ਾਂਤ ਹੋਣੀ। ਉਹ ਸ਼ਾਂਤ ਉਦੋਂ ਹੋਣੀ ਆ ਲੱਕੜਾਂ ਚੁੱਕ ਕੇ ਬਾਹਰ ਸੁੱਟ ਦੋ, ਅੱਗ ਬੁੱਝ ਜਾਣੀ। ਜਿੰਨੇ ਚਿਰ ਕੋਲੀ ਹੈਗੇ 2-4 ਘੰਟੇ ਬਲਣੇ ਆ, ਉਹ ਸ਼ਾਂਤ ਹੋ ਜਾਣੇ। ਹੁਣ ਆਪਣੇ ਆਪ ਤੇ ਨਹੀਂ ਨਾ ਲੱਕੜ ਵਿੱਚ ਵੜ ਜਾਣੀ। ਨਿਜਰ ਸਾਹਿਬ, ਲੱਕੜ ਤੇ ਚਰਨਜੀਤ ਜਦ ਤੱਕ ਖੁਦ ਨਹੀਂ ਚੁੱਕੇ ਚੁੱਲ੍ਹੇ 'ਚ ਰੱਖਦਾ ਉਹਨਾਂ ਚਿਰ ਉਹ ਕਿੱਦਾਂ ਪਹੁੰਚੂਗੀ ਚੁੱਲ੍ਹੇ ਕੋਲ। ਮਨ ਸੋਚ ਨਹੀਂ ਦਿਆ ਨਾ, ਮਨ ਨੇ ਵਿਚਾਰ ਹੀ ਕੀਤਾ ਹੈ ਨਾ ਕਿ ਇਹ ਕੰਮ ਕਰਨਾ ਹੈ। ਆਪਣੇ ਥੋੜੀ ਲੱਤਾਂ ਤੁਰ ਕੇ ਤੇ ਪਹੁੰਚ ਜਾਣਗੀਆਂ। ਉੱਥੇ ਬੁੱਧੀ ਨੂੰ ਕਹੂਗਾ ਤੇ ਬੁੱਧੀ ਕਹੂਗੀ ਹਾਂ ਵੀ ਮੈਂ ਕਰਦੀ ਤੇਰੀ ਮਦਦ, ਵੀ ਸਰੀਰ ਨੂੰ ਕਮਾਂਡ ਦਿੰਦੀ ਆ, ਚਲੋ ਚੱਲੀ ਉੱਥੇ। ਬਸ ਬਿਲਕੁਲ ਸਹੀ ਗੱਲ ਹੈ। ਉਹ ਆਪਣੇ ਕੋਲ ਚਾਂਸ ਹੈਗਾ ਵੀ ਉਹ ਜਿਹੜੀ ਹੈ ਕਿਰਪਾਨ ਵਾਪਸ ਵਿੱਚ ਮਿਆਨ ਦੇ ਕਰਦੀ ਹੈ, ਧੱਕਦੀ ਹੈ। ਹਾਂ, ਤੇ ਬੁੱਢੀ ਨੂੰ ਕਹਿ ਸਕਦੀ ਆ ਕੋਈ ਨਹੀਂ ਜਾਂਦੇ ਆ, ਬੁੱਧੀ ਕਹੂਗੀ ਆ ਘੰਟੇ ਬਾਅਦ ਜਾਂਦੇ ਆ, ਉਹਨੂੰ ਬੇਵਕੂਫ ਬਣਾ ਸਕਦੀ ਹੈ ਬੁੱਧੀ। ਤੇ ਪਰ ਜੇ ਘਟੀਆ ਬੁੱਧੀ ਹੈ ਤੇ ਉਸੇ ਟਾਈਮ ਹੀ ਕਰੂਗੀ ਜਾ ਕੇ, ਉਹਦਾ ਕਹਿਣਾ ਮੰਨੂਗੀ ਗੁਲਾਮ ਦੀ ਤਰ੍ਹਾਂ। ਫਿਰ ਉਹ ਭੇਡ ਉਹ ਲੇਲੇ ਦੇ ਬੱਚੇ ਵਾਲਾ ਹਿਸਾਬ ਹੋ ਜਾਊ। ਬਿਲਕੁਲ ਠੀਕ ਹੈ ਜੀ, ਬਹੁਤ ਵਧੀਆ ਜੀ। ਅੱਜ ਦਾ ਗਿਆਨ ਬਹੁਤ ਵਧੀਆ ਜੀ, ਬਹੁਤ ਕਮਾਲ ਦਾ ਗਿਆਨ ਹੈ।